ਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰਉ ਅੰਗਦ ਲੋਕ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸੁਮਤਿ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰ ਨਾਥ, ਜੁਗਲ ਚਰਨ ਬਮ ਬੰਦਨਾ, ਧਰ ਪਰ ਧਰ ਕਰ ਮਾਥ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪ੍ਰਥਮ ਮਾਰਜਨ ਹੋਮ ਭੇਦ, ਲਿਖ ਕਰ ਸਭ ਸਮਝਾਏ। ਮਹਾ ਮਹਾਤਮ ਮੰਤਰ ਇਹ, ਚਾਰ ਪਦਾਰਥ ਦਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਦਰਲੀ ਆਵਾਜ਼। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਭਗਤ ਵਛਲ, ਕਿਰਪਾ ਦੇ ਖਜ਼ਾਨੇ ਸਤਿਗੁਰੂ, ਦੀਨ ਦੁਨੀ ਦੇ ਮਾਲਕ ਸਾਹਿਬੇ ਕਮਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡੇ ਭਾਗ ਹਨ, ਸਤਿਗੁਰਾਂ ਦੀ ਰਹਿਮਤ ਹੈ। ਨੌਵੇਂ ਪਾਤਸ਼ਾਹ ਧਰਮ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ
ਸਤਿਗੁਰਾਂ ਦੇ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਵਿਖੇ ਹਾਜ਼ਰੀਆਂ ਭਰ ਕੇ ਸਰੀਰ ਸਵਾਸ ਆਪ ਜੀ ਸਫਲੇ ਬਣਾ ਰਹੇ ਹੋ। ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣ ਸੁਣਿਓ। ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਲੋਹ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ। ਪਾਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ। ਕਾਠੋ ਸ੍ਰੀ ਖੰਡ ਸਤਿਗੁਰ ਕੀਓ ਦੁਖ ਦਰਿਦਰ ਤਿਨਕੇ ਗਏ। ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭਏ। ਜਿਨ੍ਹਾਂ ਨੇ ਸਤਿਗੁਰਾਂ ਦੇ ਮੁਬਾਰਕ ਚਰਨਾਂ ਨੂੰ ਪਰਸਿਆ ਹੈ ਉਹਨਾਂ ਦਾ ਜਿਹੜਾ ਜੀਵਨ ਹੈ ਅਮੋਲਕ ਬਣ ਗਿਆ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ੍ਰੀ ਜਪਜੀ ਸਾਹਿਬ ਦਾ ਮਹਾਤਮ ਬਖਸ਼ਿਸ਼ ਕਰਦਿਆਂ ਹੋਇਆ ਜਿਨ੍ਹਾਂ ਨੇ ਸ੍ਰੀ ਜਪਜੀ ਸਾਹਿਬ ਦਾ ਜਾਪ ਇਕਾਗਰਤਾ ਸਹਿਤ ਕੀਤਾ ਹੈ ਉਹਨਾਂ ਦੀਆਂ ਸਮਗਰ ਭਾਵਨਾਵਾਂ ਪੂਰੀਆਂ ਹੋਈਆਂ। ਸਾਵਧਾਨ ਇਕਾਗਰ ਚੀਤ ਜੇ ਕੋਈ ਇਉਂ ਜਪੇ ਐਸਾ ਕੋਈ ਕਾਰਜ ਨਹੀਂ ਹੈ, ਐਸਾ ਕੋਈ ਜੀਵਨ ਦਾ ਦੁੱਖ ਨਹੀਂ ਹੈ ਜਿਹੜਾ ਜਪ ਬਾਣੀ ਪੜ੍ਹਿਆ ਜੀਵ ਦਾ ਦੂਰ ਨਾ ਹੋਵੇ। ਤਿੰਨ ਤਰ੍ਹਾਂ ਦੇ ਦੁੱਖ ਹਨ ਆਦ ਵਿਆਦ ਉਪਾਦ ਬਾਤ ਪਿੱਤ ਕਫ। ਵਾਯੂ ਰੋਗ ਹੈ, ਤਾਪ ਦਾ ਰੋਗ ਹੈ ਔਰ ਕਫ ਦਾ ਰੋਗ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਸਤਿਗੁਰਾਂ ਦੀ ਪਵਿੱਤਰ ਬਾਣੀ ਜਪਿਆ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ। ਤਾਂ ਕੋ ਵਿਘਨ ਨਾ ਕੋ ਲਾਗੈ ਜਾਂ ਕੀ ਪ੍ਰਭ ਆਗੇ ਅਰਦਾਸ। ਕੋਈ ਵਿਘਨ ਨਹੀਂ ਹੈ ਜਿਨ੍ਹਾਂ ਨੇ ਇਕਾਗਰਤਾ ਸਹਿਤ ਜਪ ਬਾਣੀ ਦਾ ਪਾਠ ਕੀਤਾ। ਸਤਿਗੁਰੂ ਜੀ ਪਾਵਨ ਮਹਾਤਮ ਦੱਸਦਿਆਂ ਹੋਇਆ ਅੱਗੇ ਬਖਸ਼ਿਸ਼ਾਂ ਕਰ ਰਹੇ ਹਨ। ਆਓ ਸਾਧ ਸੰਗਤ ਜਿੰਨਾ ਸਮਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਰਸਨਾ ਔਰ ਮੁਖ ਦੀ ਪਵਿੱਤਰਤਾ ਲਈ ਆਖਣਾ ਕਰੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ ਦੋਹਰਾ। ਪ੍ਰਥਮ ਮਾਰਜਨ ਹੋਮ ਬਿਦ ਲਿਖ ਕਰ ਸਭ ਸਮਝਾਏ। ਸਤਿਗੁਰੂ ਜੀ ਬਖਸ਼ਿਸ਼ ਕਰਦਿਆਂ ਹੋਇਆ ਜਿਨ੍ਹਾਂ ਨੇ ਜਪ ਬਾਣੀ ਦਾ ਪਾਠ ਕੀਤਾ ਹੈ। ਪਹਿਲਾ ਹੋਮ ਵਿਧੀ ਸੀ ਹਵਨ ਕਰਨਾ, ਧੂਪ ਆਦਿ ਸਮੱਗਰੀ ਧੁਖਾ ਲੈਣੀ। ਜਦੋਂ ਪਹਿਲੇ ਸਮਿਆਂ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਦਾ ਜਾਪ ਹੁੰਦਾ ਤਾਂ ਕਈ ਐਸੀਆਂ ਸੁਗੰਧੀਦਾਰ ਵਸਤੂਆਂ ਪਾ ਕਰਕੇ ਧੂਪ ਬਣਾਈ ਜਾਂਦੀ, ਅਗਰਬੱਤੀ ਤਿਆਰ ਕੀਤੀ ਜਾਂਦੀ। ਔਰ ਇਹ ਜਿਹੜੀ ਧੂਪ ਸੀ ਅੱਗ ਦੇ ਅੰਗਾਰਾਂ ਦੇ ਉੱਪਰ ਉਹਦੀ ਚੁਟਕੀ ਪਾਉਣੀ, ਸਾਰਾ ਕਮਰਾ ਜਿਹੜਾ ਸੀ ਉਹ ਸੁਗੰਧੀਦਾਰ ਹੋ ਜਾਂਦਾ। ਔਰ ਜਦੋਂ ਕੋਈ ਹਵਾ ਆਉਣੀ, ਇਸ ਤਰ੍ਹਾਂ ਦੀ ਕੋਈ ਦੁਰਗੰਧ ਆਉਣੀ ਤੋ ਇਹ ਜਿਹੜਾ ਕਮਰਾ ਸੀ ਸੁਗੰਧੀ ਵਾਸਤੇ ਇਹ ਧੂਪ ਤਿਆਰ ਕੀਤੀ ਜਾਂਦੀ। ਅੱਜ ਕੱਲ੍ਹ ਇਸ ਤਰ੍ਹਾਂ ਦੀ ਮਿਹਨਤ ਬਹੁਤ ਘੱਟ ਹੈ। ਜੋ ਬਾਜ਼ਾਰ ਦੇ ਵਿੱਚ ਅਗਰਬੱਤੀ ਮਿਲਦੀ ਲਿਆ ਕਰਕੇ ਉਹੀ ਲਾਈ ਜਾਣੀ, ਕਿਉਂਕਿ ਉਹ ਜਿਹੜੀ ਬਣੀ ਹੁੰਦੀ ਹੈ ਅਗਰਬੱਤੀ
ਉਹਦੇ ਨਾਲ ਤਾਂ ਸਾਹ ਆਉਣਾ ਵੀ ਬੰਦ ਹੋ ਜਾਂਦਾ। ਜਦੋਂ ਉਹਦੇ ਕਮਰੇ ਵਿੱਚ ਲਾ ਦਿੱਤੀ ਜਾਵੇ ਸੁਗੰਧੀ ਤਾਂ ਕਿੱਥੇ ਆਉਣੀ। ਹੁਣ ਜਿਹੜਾ ਪਾਠੀ ਸਿੰਘ ਹੈ, ਅੱਖਾਂ ਦੇ ਵਿੱਚ ਧੂੰਆਂ ਔਰ ਨਾਸਕਾਂ ਦੇ ਵਿੱਚ ਧੂੰਆਂ, ਇਸ ਤਰ੍ਹਾਂ ਦਾ ਧੂੰਆਂ ਹੁੰਦਾ ਉਹਦਾ ਜਿਹੜਾ ਕਿ ਸਗੋਂ 2 ਘੰਟੇ ਬੈਠੇ ਨੂੰ ਵੀ ਬਿਮਾਰ ਕਰ ਦਿੰਦਾ ਹੈ। ਇਸ ਤਰ੍ਹਾਂ ਦੀ ਅਗਰਬੱਤੀ ਹੁਣ ਜਿਹੜੀ ਬਾਜ਼ਾਰ ਦੇ ਵਿੱਚ ਵਿਕਦੀ, ਆਪਣੀ ਵਿਧੀ ਦੇ ਦੁਆਰਾ ਤਿਆਰ ਕਰਨੀ, ਉਹਦੇ 'ਤੇ ਮਿਹਨਤ ਲੱਗਦੀ ਹੈ। ਬਾਜ਼ਾਰ ਦੇ ਵਿੱਚ ਉਹਦਾ ਪੈਸੇ ਦੇ ਕੇ ਖਰੀਦ ਕੇ ਲੈ ਆਉਣੀ ਉਹ ਸੌਖੀ ਗੱਲ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਵਨਾ ਸਹਿਤ ਜਦੋਂ ਕੋਈ ਇਉਂ ਸ੍ਰੀ ਜਪਜੀ ਸਾਹਿਬ ਦਾ ਜਪ ਕਰਦਾ ਹੈ ਤਾਂ ਉਹਦੇ ਸਮੱਗਰ ਜਿਹੜੇ ਮਨੋਰਥ ਹਨ ਉਹ ਪੂਰੇ ਹੁੰਦੇ ਹਨ। ਮਹਾ ਮਹਾਤਮ ਮੰਤਰ ਇਹ 4 ਪਦਾਰਥ ਦਾਏ। ਚਾਰੇ ਪਦਾਰਥ ਜਿਹੜੇ ਹਨ ਉਹਦੀ ਝੋਲੀ ਵਿੱਚ ਆ ਜਾਂਦੇ, ਉਹਨੂੰ ਪ੍ਰਾਪਤ ਹੋ ਜਾਂਦੇ। ਧਰਮ ਅਰਥ ਕਾਮ ਮੋਖ। ਸ੍ਰੀ ਜਪਜੀ ਸਾਹਿਬ ਦਾ ਜਾਪ ਕੀਤਿਆਂ, ਸਮੱਗਰ ਬਾਣੀ ਪੜ੍ਹਿਆ, ਇਕਾਗਰ ਸਹਿਤ ਉਹਨੂੰ ਬਾਹਰ ਭਟਕਣ ਦੀ ਲੋੜ ਨਹੀਂ ਹੈ। ਜਿਹਨੇ ਭਾਵਨਾ ਸਹਿਤ ਬਾਣੀ ਤੇ ਭਰੋਸਾ ਕੀਤਾ ਹੈ, ਬਾਣੀ ਨੂੰ ਜਪਿਆ ਹੈ। ਦੋਹਰਾ ਅੱਖਰ 36 ਪੰਚ ਗੁਣ 25 ਤਤ ਸੁਜਾਨ। ਸੰਪੂਰਨ ਮੂਲ ਮੰਤਰ। ਹੁਣ ਇੱਥੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਜਿਨ੍ਹਾਂ ਨੇ, ਕਿਉਂਕਿ ਜਿਹੜਾ ਸਾਨੂੰ 5 ਪਿਆਰਿਆਂ ਤੋਂ ਜਪ ਮਿਲਿਆ ਹੈ ਉਹਦੇ ਤੇ ਭਰੋਸਾ ਕਰਨਾ, ਦੁਬਿਧਾ ਵਿੱਚ ਨਹੀਂ ਪੈਣਾ। ਜਿਹੜਾ ਤੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਹਜ਼ੂਰੀ ਵਿੱਚ 5 ਪਿਆਰੇ ਸਾਨੂੰ ਗੁਰਮੰਤਰ ਮੂਲ ਮੰਤਰ ਦੀ ਦਾਤ ਬਖਸ਼ਿਸ਼ ਕਰਦੇ, ਔਰ ਇਹ ਪ੍ਰਾਪਤ ਕਰਕੇ ਫਿਰ ਵੀ ਪੁੱਛੀ ਜਾਣਾ ਵੀ ਮੂਲ ਮੰਤਰ ਕਿੱਥੋਂ ਤੱਕ ਹੈ, ਕਿੱਥੋਂ ਤੱਕ ਪੜ੍ਹੀਏ। ਵੀ ਜਿਹੜਾ ਤੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਹਜ਼ੂਰੀ 'ਚ ਮਿਲਿਆ, ਗੁਰੂ ਨੇ ਤੈਨੂੰ ਬਖਸ਼ਿਸ਼ ਕੀਤਾ ਹੈ, ਜਦੋਂ ਤੈਨੂੰ ਉਹਦੇ 'ਤੇ ਨਹੀਂ ਭਰੋਸਾ ਫਿਰ ਤੈਨੂੰ ਕਿੱਥੇ ਭਰੋਸਾ ਹੋਏਗਾ। ਜਦੋਂ ਸਾਨੂੰ 5 ਨੇ ਬਖਸ਼ਿਸ਼ ਕੀਤਾ ਹੈ, ਜੋ ਸ਼ਬਦ ਸਾਨੂੰ 5 ਪਾਸੋਂ ਮਿਲਿਆ ਉਹਦੇ 'ਤੇ ਭਰੋਸਾ ਕਰਨਾ। ਬਚਨ ਗੁਰੂ ਜੋ ਪੂਰਾ ਕਹਿਆ, ਮੈਂ ਸ਼ੀਕ ਗਾਂਠਰੀ ਬੰਨ੍ਹਦਾ। ਸਤਿਗੁਰੂ ਜੀ ਕਹਿੰਦੇ ਜਿਹੜਾ ਪੂਰੇ ਸਤਿਗੁਰੂ ਨੇ ਮੈਨੂੰ ਬਚਨ ਦਿੱਤਾ ਹੈ, ਮੈਂ ਉਹਦੀ ਗੱਠ ਬੰਨ੍ਹ ਲਈ, ਪੱਲੇ ਬੰਨ੍ਹ ਲਿਆ, ਔਰ ਪੂਰਨ ਭਰੋਸਾ ਬਣ ਗਿਆ ਉਹਦੇ 'ਤੇ। ਇਉਂ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਜਪ ਕੀਤਾ ਹੈ ਸੁਜਾਨ, ਹਿਰਦੇ ਅੰਦਰ ਗਿਆਨ ਪੈਦਾ ਹੁੰਦਾ ਹੈ। ਗੁਰ ਪ੍ਰਸਾਦ ਪੜ ਅਗਰ ਤ੍ਰੈ ਲਖੋ ਸਿੱਖ ਭਗਵਾਨ। ਇਹ ਗੁਰ ਪ੍ਰਸਾਦ ਸਤਿਗੁਰੂ ਦੀ ਬਖਸ਼ਿਸ਼ ਹੈ। ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਕੇ ਜਿਨ੍ਹਾਂ ਨੇ ਜਪਿਆ, ਕਹਿਣ ਲੱਗੇ ਮਹਾਰਾਜ ਜੀ ਬਖਸ਼ਿਸ਼ ਕਰਦੇ ਸਿੱਖ ਬੁੱਧੀਵਾਨ, ਸਿੱਖ ਸਿਆਣਾ। ਸਿੱਖ ਦੇ ਹਿਰਦੇ ਅੰਦਰ ਗਿਆਨ ਪੈਦਾ ਹੁੰਦਾ ਹੈ ਜਿਹੜਾ ਇਉਂ ਭਰੋਸੇ ਸਹਿਤ ਬਾਣੀ ਦਾ ਜਪ ਕਰਦਾ ਹੈ। ਹਰ ਲਿਖਵੇ ਮੈਂ ਪੜਨ 8 5 ਪ੍ਰਾਨ ਕੇ ਵਾਂਝ। ਪੜ੍ਹਨ ਅਤੇ ਲਿਖਣ ਦੇ ਵਿੱਚ ਕਹਿਣ ਲੱਗੇ 8 ਵਰਨ ਬਣਦੇ, ਇੱਕ ਓੰਕਾਰ ਸਤਿਨਾਮ। ਜਦੋਂ ਕੋਈ ਇੰਨਾ ਹੀ ਜਪੀ ਜਾਏ, ਕਹਿਣ ਲੱਗੇ ਉਹਦਾ ਵੀ ਜਿਹੜਾ ਫਲ ਹੈ ਉਹ ਬਹੁਤ ਮਿਲਦਾ ਹੈ। 25 ਸਭ ਵਿਵਹਾਰ ਮੇ 36 ਲੱਖ ਗੁਣ ਸਾਂਝ। 25 ਸ਼ਬਦ ਜਿਹੜੇ ਹਨ ਅਕਾਲ ਮੂਰਤ ਤੱਕ, ਔਰ ਸੰਪੂਰਨ ਮੂਲ ਮੰਤਰ ਜਿਹੜਾ ਹੈ ਕਹਿਣ ਲੱਗੇ 36 ਅੱਖਰਾਂ ਦਾ। ਕਿਉਂ ਭਰੋਸੇ ਸਹਿਤ ਜਿਨ੍ਹਾਂ ਨੇ ਜਪਿਆ ਹੈ। 36 ਲੱਖ ਆਹੂਤ ਦੇ ਮੁਕਤ ਹੋਏ ਤਤਕਾਲ। ਕਹਿਣ ਲੱਗੇ 36 ਲੱਖ ਪਾਠ ਕਰ ਲਿਆ ਜਿਨ੍ਹਾਂ ਨੇ, ਉਹਨਾਂ ਨੂੰ ਤਾਂ ਜੀਵਨ ਮੁਕਤ ਅਵਸਥਾ ਜਿਹੜੀ ਹੈ ਉਹ ਪ੍ਰਾਪਤ ਹੋ ਗਈ, ਜਿਨ੍ਹਾਂ ਨੇ ਸਵਾਸ ਸਵਾਸ ਇਉਂ ਜਪ ਲਿਆ ਹੈ। ਜਪਤੇ ਆਤਮ ਸ਼ੁੱਧ ਹੋਏ, ਮਾਰਜਨ ਦੁਖਨ ਟਾਲ। ਆਤਮਾ ਸ਼ੁੱਧ ਹੁੰਦੀ, ਕਹਿਣ ਲੱਗੇ ਜਨਮ ਜਨਮ ਕਿਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਓ ਖੰਦਲੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਵਣ ਪਾਓ। ਤੇਲੀ ਦੇ ਕੁੱਲ ਨੂੰ ਸਾਫ਼ ਕਰਨ ਵਾਲੀ
ਜਿਹੜੀ ਟਾਕੀ ਹੁੰਦੀ, ਕੱਪੜਾ ਹੁੰਦਾ, ਉਹਨੂੰ ਖੰਦਲੀ ਕਹਿੰਦੇ, ਕਿਉਂਕਿ ਉਹ ਤੇਲ ਪੁੰਝਿਆ ਜਾਂਦਾ, ਉਹਦੇ ਨਾਲ ਇੰਨੀ ਮੈਲੀ ਹੋ ਜਾਂਦੀ 100 ਵਾਰ ਸਾਬਣ ਲਾਇਆ ਜਾਏ ਤਾਂ ਵੀ ਉਹਦਾ ਦਾਗ ਜਿਹੜਾ ਹੈ ਉਹ ਫਿਰ ਵੀ ਰਹਿ ਜਾਂਦਾ। ਔਰ ਇਸੇ ਤਰ੍ਹਾਂ ਮਨ ਨੂੰ ਜਿਹੜੀ ਕਾਲਖ ਲੱਗੀ ਹੋਈ ਹੈ ਜਨਮਾਂ ਜਨਮਾਂਤਰਾਂ ਦੀ ਮੈਲ, ਇਹ ਮੈਲ ਉਤਰਦੀ ਹੈ ਪਰਮੇਸ਼ਰ ਦੇ ਨਾਮ ਦੁਆਰਾ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਦੋਂ ਨਾਮ ਦਾ ਰੰਗ ਚੜ੍ਹੇ, ਸਵਾਸ ਸਵਾਸ ਜਪੇ ਕੋਈ, ਜਾ ਕਉ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ, ਤਾਂ ਕੈ ਜਾ ਕਾ ਸਤਿਗੁਰ ਪੂਰਾ। ਅੰਤਰਾਤਮੇ ਜਿੱਤ ਪ੍ਰਾਪਤ ਕਰ ਲੈਂਦਾ, ਸਾਰਾ ਕੁਝ ਉਹਦੇ ਵੱਸ ਹੋ ਜਾਂਦਾ ਜਦੋਂ ਪੂਰੇ ਸਤਿਗੁਰੂ ਦੀ ਕਿਰਪਾ ਹੋ ਗਈ, ਬਖਸ਼ਿਸ਼ ਹੋ ਗਈ। ਅੰਤਰ ਆਤਮੇ ਜਿੱਤ ਪ੍ਰਾਪਤ ਕਰ ਲੈਂਦਾ ਸ੍ਰੀ ਜਪਜੀ ਸਾਹਿਬ ਦੇ ਸ਼ੁੱਧ ਪਾਠ ਦੇ ਦੁਆਰਾ। ਸਮਗਰ ਦੁੱਖ ਜਿਹੜੇ ਹਨ, ਦੁੱਖ ਨਟਾਲ, ਉਹਦੇ ਦੁੱਖ ਦੂਰ ਹੋ ਜਾਂਦੇ ਹਨ। ਪ੍ਰਥਮ ਸ਼ਲੋਕ ਜਪ ਕੋ ਭਲੋ, ਤਿਸ ਕੀ ਬਿਦ ਕਹਿ ਦੀਨ। ਪ੍ਰਥਮ ਸ਼ਲੋਕ ਜਿਹੜਾ ਹੈ, 2 ਸ਼ਲੋਕ ਆਉਂਦੇ ਸ੍ਰੀ ਜਪਜੀ ਸਾਹਿਬ ਦੇ ਅੰਦਰ। ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਔਰ ਜਿਉਂ-ਜਿਉਂ ਕੋਈ ਜਪੇ, ਪਹਿਲੀ ਪੌੜੀ ਦਾ ਪਾਠ ਇੱਥੇ ਕਵੀ ਜੀ ਨੇ ਪਹਿਲੀ ਪੌੜੀ ਜਿਹੜੀ ਲਈ ਹੈ, ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਲਈ। ਪਰ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਪਹਿਲੀ ਪੌੜੀ ਸ਼ੁਰੂ ਹੁੰਦੀ, ਉਹ ਹੁੰਦੀ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਤੋ ਇੱਥੇ ਕਵੀ ਜੀ ਪਹਿਲੀ ਪੌੜੀ ਦਾ ਜਪ ਕਹਿੰਦੇ, ਜਿਨ੍ਹਾਂ ਨੇ ਇਉਂ ਸ਼ਲੋਕ ਦਾ ਜਪ ਕੀਤਾ ਹੈ। ਆਗੇ ਸਭ ਪੌੜੀਨ ਕੋ ਕਹੈ ਸੋ ਸੁਨੋ ਪ੍ਰਵੀਨ। ਇਹ ਜਿਹੜਾ ਪਹਿਲੀ ਪੌੜੀ ਦਾ ਮਹਾਤਮ ਹੈ, ਜਿਹੜਾ ਕਿ ਮੂਲ ਮੰਤਰ ਦਾ ਜਪ, ਇੱਥੋਂ ਤੱਕ ਕੋਈ ਜਪ ਕਰਦਾ ਹੈ, ਕਹਿਣ ਲੱਗੇ ਕੋਈ ਵੀ ਉਹਦੀ ਇੱਛਾ ਜਿਹੜੀ ਹੈ ਉਹ ਅਧੂਰੀ ਨਹੀਂ ਰਹਿੰਦੀ, ਸੰਪੂਰਨ ਹੋ ਜਾਂਦੀਆਂ। ਜੇ ਕੋਈ ਵਿਸ਼ਵਾਸ ਕਰੇ, ਭਰੋਸਾ ਕਰੇ, ਭਰੋਸੇ ਸਹਿਤ ਜਪੇ। ਪਾਕਿਸਤਾਨ ਦਾ ਰਾਸ਼ਟਰਪਤੀ ਹੋਇਆ ਯਕੂਬ ਖਾਨ, ਉਹਨੇ ਮੂਲ ਮੰਤਰ ਤੇ ਇੰਨਾ ਭਰੋਸਾ ਕੀਤਾ, ਬਚਪਨ ਤੋਂ ਜਾਗ ਲੱਗੀ। ਔਰ ਜਪਦਿਆਂ ਜਪਦਿਆਂ ਕਹਿਣ ਲੱਗੇ ਸਕੂਲ ਨਹੀਂ ਸੀ ਜਾਂਦਾ ਹੁੰਦਾ, ਰਸਤੇ ਵਿੱਚੋਂ ਹੀ ਮੁੜ ਕੇ ਉਰੇ ਪਰੇ ਫਿਰ ਕੇ ਉਹਨੇ ਘਰੇ ਆ ਜਾਣਾ। ਇੱਕ ਦਿਨ ਐਸੇ ਸਤਪੁਰਸ਼ ਦੀ ਸੰਗਤ ਹੋਈ ਕਿ ਉਹਨੇ ਸਿੱਖਿਆ ਦਿੱਤੀ ਕਿ ਬੇਟਾ, ਸਕੂਲ ਵਿੱਚ ਪੜ੍ਹੋਗੇ ਤਾਂ ਤੁਹਾਨੂੰ ਉੱਚਾ ਮੁਰਾਤਬਾ ਜਿਹੜਾ ਹੈ ਉਹ ਪ੍ਰਾਪਤ ਹੋਏਗਾ, ਉਸ ਸਿੱਖਿਆ ਪ੍ਰਾਪਤ ਕਰੋਗੇ ਤੁਹਾਨੂੰ ਉੱਚ ਦਰਜੇ ਦਾ ਜਿਹੜਾ ਅਹੁਦਾ ਉਹ ਮਿਲੇਗਾ। ਫਿਰ ਉਹਨੇ ਮੂਲ ਮੰਤਰ ਦਾ ਜਪ ਦਿੱਤਾ, ਕਹਿਣ ਲੱਗੇ ਆਹ ਮਹਾ ਮੰਤਰ ਵੱਡਾ ਕਲਾਮ ਹੈ, ਜੇ ਕਿਤੇ ਤੁਸੀਂ ਇਹਨੂੰ ਮਨ ਵਿੱਚ ਵਸਾ ਲਓ ਤੁਹਾਨੂੰ ਬੁਲੰਦੀਆਂ ਤੱਕ ਲੈ ਜਾਏ। ਐਸਾ ਹਿਰਦੇ ਅੰਦਰ ਵਸਿਆ ਯਕੂਬ ਖਾਨ ਦੇ ਮੂਲ ਮੰਤਰ ਦਾ ਪਾਠ ਜਪਦਿਆਂ ਜਪਦਿਆਂ ਕਹਿਣ ਲੱਗੇ ਰਾਸ਼ਟਰਪਤੀ ਦੇ ਅਹੁਦੇ ਤੇ ਪਹੁੰਚੇ। ਫਿਰ ਉਹਨਾਂ ਨੇ ਘਰ ਦੇ ਵਿੱਚ ਲਿਖ ਕੇ ਲਾਇਆ ਹੋਇਆ, ਕਹਿਣ ਲੱਗੇ ਮੈਨੂੰ ਆਹ ਜਿਹੜਾ ਕਲਾਮ ਹੈ ਇਹਦੀ ਬਦੌਲਤ, ਇਹਦੀ ਬਖਸ਼ਿਸ਼ ਦੇ ਦੁਆਰਾ ਮੈਨੂੰ ਜਿਹੜਾ ਆਹ ਉੱਚਾ ਮੁਰਾਤਬਾ ਪ੍ਰਾਪਤ ਹੋਇਆ। ਸਤਿਗੁਰੂ ਜੀ ਕਹਿੰਦੇ ਭਾਈ, ਇਹ ਸੀ ਜਿਹੜੀ ਪਹਿਲੀ ਪੌੜੀ ਦਾ ਜਪ, ਮੂਲ ਮੰਤਰ ਦਾ ਜਪ। ਜਿਨ੍ਹਾਂ ਨੇ ਜਪਿਆ ਉਹਦੀ ਹਰ ਇੱਕ ਭਾਵਨਾ ਜਿਹੜੀ ਹੈ ਪੂਰੀ ਹੋਈ। ਅੱਗੇ ਫਿਰ ਕੱਲੀ ਕੱਲੀ ਪੌੜੀ ਦਾ ਮਹਾਤਮ ਜਿਹੜਾ ਹੈ ਉਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਸ੍ਰੀ ਜਪਜੀ ਪੌੜੀ ਪ੍ਰਥਮ ਕਰਹਿ ਕਾਮਨਾ ਪੂਰ। ਪਹਿਲੀ ਪੌੜੀ ਜੋ ਹੈ ਸ੍ਰੀ ਜਪਜੀ ਸਾਹਿਬ ਦੀ, ਹਰ ਇੱਕ ਕਾਮਨਾ ਜਿਹੜੀ ਹੈ ਉਹਦੀ ਪੂਰੀ ਹੁੰਦੀ ਹੈ। ਜਿਹੜਾ ਭਾਵਨਾ ਸਹਿਤ ਪਹਿਲੀ ਪੌੜੀ ਦਾ ਜਾਪ ਕਰਦਾ ਹੈ, ਇੱਥੇ ਪਹਿਲੀ ਪੌੜੀ ਕਵੀ ਜੀ ਨੇ ਮੂਲ ਮੰਤਰ ਲਿਖਿਆ। ਮੂਲ ਮੰਤਰ ਦਾ ਜਿਹੜਾ ਜਪ ਕਰਦਾ ਹੈ ਭਾਵਨਾ ਸਹਿਤ, ਸਾਸ ਗਰਾਸ ਜਪੇ, ਬਹਿੰਦਿਆਂ ਉੱਠਦਿਆਂ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ। ਜਿਨ੍ਹਾਂ ਨੇ ਸਾਸ ਗਰਾਸ ਧਿਆਇਆ ਹੈ, ਕਿਉਂਕਿ ਮੂਲ ਮੰਤਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਹਨ ਔਰ ਪਰਮੇਸ਼ਰ ਦੀ ਮਹਿਮਾ ਹੈ।
ਕੌਣ ਹੈ ਪਰਮੇਸ਼ਰ, ਉਹਦੇ ਗੁਣ ਕੀ ਹਨ, ਉਹਦੀ ਮਹਿਮਾ ਬਿਆਨ ਕੀਤੀ ਗਈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜਾ ਜਪ ਕਰਦਾ ਹੈ ਉਹਦੀ ਹਰ ਇੱਕ ਕਾਮਨਾ ਜਿਹੜੀ ਆ ਉਹ ਪੂਰੀ ਹੁੰਦੀ, ਉਹਨੂੰ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ, ਚੌਕੜਾ ਮਾਰ ਲਵੇ। ਕਹਿਣ ਲੱਗੇ ਜਿਹੜੇ ਅਨਪੜ੍ਹ ਹਨ ਉਹਨਾਂ ਨੇ ਹੱਥ ਵਿੱਚ ਮਾਲਾ ਲੈ ਕਰਕੇ 5-5 10-10 ਮਾਲਾ ਜਿਹੜੀਆਂ ਮੂਲ ਮੰਤਰ ਦੀਆਂ ਜਪ ਲੈਣੀਆਂ, ਔਰ ਜਿਹੜੇ ਪੜ੍ਹੇ ਲਿਖੇ ਹਨ ਉਹਨਾਂ ਨੇ ਬਹਿੰਦਿਆਂ ਉੱਠਦਿਆਂ ਚੱਲਦਿਆਂ ਫਿਰਦਿਆਂ ਮੂਲ ਮੰਤਰ ਦਾ ਜਪ ਕਰੀ ਜਾਣਾ। ਕਹਿਣ ਲੱਗੇ ਐਸਾ ਕੋਈ ਕੰਮ ਨਹੀਂ ਹੈ ਜਿਹੜਾ ਅੜ ਜਾਏ, ਹਰ ਇੱਕ ਕਾਮਨਾ ਮਹਾਰਾਜ ਜੀ ਕਹਿੰਦੇ ਉਹਦੀ ਪੂਰੀ ਹੁੰਦੀ ਹੈ। ਪਾਠਕ ਸਭ ਸੁਖ ਪਾਏ ਕੈ ਬਿਗਨ ਬਿਨਾਸੈ ਕੂਰ। ਸਮਗਰ ਸੁੱਖ ਪਾਠਕ ਨੂੰ ਪ੍ਰਾਪਤ ਹੁੰਦੇ, ਜਿਹੜਾ ਪਾਠ ਕਰਦਾ, ਜਿਹੜਾ ਜਪਦਾ ਹੈ। ਸਾਰੇ ਸੁੱਖ ਉਹਨੂੰ ਮਿਲ ਜਾਂਦੇ ਹਨ ਪਾ ਕਰਕੇ ਬਿਗਨ ਬਨਾਸੇ ਕੂਰ, ਉਹਦੇ ਸਾਰੇ ਬਿਗਨ ਜਿਹੜੇ ਹਨ ਉਹ ਨਾਸ਼ ਹੋ ਜਾਂਦੇ ਹਨ। ਆਸ਼ਾ ਪਰ ਦੂਜੀ ਪੜੈ ਆਦ ਸੱਚ ਜਿਹ ਨਾਮ। ਆਸ਼ਾ ਪੂਰੀ ਵਾਸਤੇ ਕਹਿਣ ਲੱਗੇ ਭਾਵਨਾ ਕਰਕੇ ਉਹ ਦੂਜੀ ਪੌੜੀ ਦਾ ਜਪ ਕਰੇ। ਦੇਵ ਮੰਤਰ ਕਰ ਚਰਨ ਮੈਂ ਔਸ਼ਧ ਰਸਾਇਣ ਸ਼ਾਮ। ਕਹਿਣ ਲੱਗੇ ਵੱਡੇ ਵੱਡੇ ਦੇਵਤਿਆਂ ਦੇ ਜਿਹੜੇ ਮੰਤਰਾਂ ਦਾ ਪਹਿਲਾਂ ਜਪ ਕਰਦੇ ਸਨ, ਸਭਨਾਂ ਤੋਂ ਵੱਡਾ ਮਹਾ ਮੰਤਰ ਹੈ ਮੂਲ ਮੰਤਰ, ਔਰ ਜਿਨ੍ਹਾਂ ਨੇ ਜਪਿਆ ਹੈ ਕਹਿਣ ਲੱਗੇ ਵੱਡੀ ਔਸ਼ਧੀ ਹੈ ਜਿਹੜੀ ਕਿ ਜੀਵ ਨੂੰ ਪ੍ਰਾਪਤ ਹੋ ਜਾਂਦੀ ਹੈ। ਵਿਪਦਾ ਕਾਰਜ ਹਾਨ ਮਹਿ ਗਾਵਹਿ ਕੋ ਰਹਿ ਲਾਗ। ਜੇ ਕੋਈ ਵਿਪਦਾ ਆ ਜਾਵੇ, ਦੁੱਖ ਆ ਜਾਵੇ, ਕਹਿਣ ਲੱਗੇ ਕਾਰਜ ਦੇ ਵਿੱਚ ਕਹਿਣ ਲੱਗੇ ਹਾਨੀ ਹੋ ਜਾਵੇ, ਤੋ ਫਿਰ ਉਹ ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ। ਗਾਵੈ ਕੋ ਵਾਲੀ ਪੌੜੀ ਦਾ ਕਹਿਣ ਲੱਗੇ ਉਹ ਜਪ ਕਰੇ। ਕਾਰਜ ਕਾਹੂ ਅਟਕ ਮਹਿ ਦੇ ਭੇਟ ਗੁਰ ਭਾਗ। ਕਿਸੇ ਵੀ ਕਾਰਜ ਦੇ ਵਿੱਚ ਕਹਿਣ ਲੱਗੇ ਅਟਕਣ ਨਹੀਂ ਪੈਂਦੀ, ਸਾਰੇ ਕਾਰਜ ਰਾਸ ਹੋ ਜਾਂਦੇ। ਕਹਿਣ ਲੱਗੇ ਅਟਕਣਾ ਮੁਸ਼ਕਲਾਂ ਜਿਹੜੀਆਂ ਹਨ ਉਹ ਨਾਸ਼ ਹੋ ਜਾਂਦੀਆਂ, ਭੱਜ ਜਾਂਦੀਆਂ ਹਨ। ਨਵ ਘਰ ਨਵ ਗੁਣ ਸੰਗ੍ਰਹਿ ਚੌਥੀ ਕੋ ਕਰ ਧਿਆਨ। ਜਦੋਂ ਨਵਾਂ ਘਰ ਬਣਾਇਆ ਹੈ, ਸਤਿਗੁਰੂ ਦੇ ਚਰਨ ਪਵਾਉਣੇ ਔਰ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨਾ। ਮਹਾਰਾਜ ਜੀ ਕਹਿੰਦੇ ਇੱਥੇ ਚੌਥੀ ਪੌੜੀ ਤੋਂ ਭਾਵ ਸਮਗਰ ਪਾਠ ਦਾ ਜਪ ਕਰਨਾ, ਸ਼ੁਕਰਾਨਾ ਕਰਨਾ, ਸਤਿਗੁਰਾਂ ਨੂੰ ਮੁਬਾਰਕ ਚਰਨ ਪਰਾਉਣੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਂਦੇ ਸਾਂਢੂ ਭਾਈ ਸਾਈਂ ਦਾਸ, ਉਹਨਾਂ ਨੇ ਘਰ ਬਣਾਇਆ ਭਾਈ ਕੀ ਡਰੌਲੀ ਵਿਖੇ, ਸੁੰਦਰ ਮਹਿਲ ਤਿਆਰ ਕੀਤਾ, ਔਰ ਭਾਵਨਾ ਇਹ ਸੀ ਕਿ ਪਹਿਲਾਂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਆ ਕੇ ਆਪਣੇ ਮੁਬਾਰਕ ਚਰਨ ਪਾਉਣਗੇ, ਫਿਰ ਅਸੀਂ ਇਹਦੇ ਵਿੱਚ ਗ੍ਰਹਿ ਪ੍ਰਵੇਸ਼ ਕਰਾਂਗੇ। ਜਦੋਂ ਤੱਕ ਸਤਿਗੁਰਾਂ ਦੇ ਚਰਨ ਨਹੀਂ ਪਏ ਉਦੋਂ ਤੱਕ ਉਹਨੇ ਹਰ ਰੋਜ਼ ਘਰ ਨੂੰ ਸਵਾਰਨਾ ਹੈ, ਸਵਾਰ ਕੇ ਫਿਰ ਦਰਵਾਜ਼ਾ ਬੰਦ ਕਰ ਦਿੰਦੇ ਸਨ। ਔਰ ਸਤਿਗੁਰੂ ਜੀ ਗਏ, ਮਹਾਰਾਜਿਆਂ ਦੇ ਮੁਬਾਰਕ ਚਰਨ ਪਏ, ਕਿੰਨੀ ਭਾਵਨਾ ਗੁਰਸਿੱਖ ਦੀ। ਸਤਿਗੁਰੂ ਜੀ ਕਹਿੰਦੇ ਭਾਈ ਜਦੋਂ ਨਵਾਂ ਘਰ ਬਣਾਉਣਾ ਹੈ, ਨਵ ਗੁਣ ਸੰਗ੍ਰਹਿ ਜਾਂ ਬਾਲਕ ਸਕੂਲ ਵਿੱਚ ਪੜ੍ਹਨ ਵਾਸਤੇ ਭੇਜਣਾ ਹੈ, ਅਕਾਲ ਪੁਰਖ ਪਰਮੇਸ਼ਰ ਦਾ ਸ਼ੁਕਰਾਨਾ ਕਰਨਾ, ਜਪ ਬਾਣੀ ਦਾ ਜਪ ਕਰਨਾ ਹੈ। ਜਪ ਜਪ ਸਮ ਪੜ ਸਮਤ ਦਿਨ ਸਬਤ ਭੇਟ ਧਰਮਾਨ। ਜਪ ਜਪ ਕੇ ਕਹਿਣ ਲੱਗੇ ਸ੍ਰੀ ਜਪਜੀ ਸਾਹਿਬ ਦਾ ਪਾਠ ਉੱਥੇ 7 ਦਿਨ ਲਿਖਦੇ ਕਵੀ ਜੀ, ਪਰ ਸਤਿਗੁਰੂ ਜੀ ਕਹਿੰਦੇ ਭਾਈ ਹਰ ਰੋਜ਼ ਸਾਸ ਗਰਾਸ ਜਪਣਾ ਹੈ। ਉੱਤਮ ਪੰਜੇ ਜੁਦ ਮੈਂ ਛੇਵੀਂ ਸਪਤਮ ਬੰਦ। ਪੰਜਵੀਂ ਪੌੜੀ ਹੈ ਉਦਮ ਵਾਸਤੇ, ਜਦੋਂ ਕਿਸੇ ਕਾਰਜ ਸਿੱਧੀ ਵਾਸਤੇ, ਕਾਰਜ ਵਾਸਤੇ ਜਾਣਾ, ਉਦਮ ਕਰਨਾ ਹੈ, ਕੋਈ ਕਾਰਜ ਆਰੰਭਣਾ ਹੈ, ਮਹਾਰਾਜ ਜੀ ਕਹਿੰਦੇ ਪੰਜਵੀਂ ਪੌੜੀ ਦਾ ਜਪ ਕਰਨਾ। ਜਦੋਂ ਯੁੱਧ ਵਾਸਤੇ ਚੜ੍ਹਨਾ ਹੈ ਫਿਰ 6ਵੀਂ ਪੌੜੀ ਦਾ ਜਪ ਕਰਨਾ।
ਜੰਗ ਜੁੱਧ ਵਾਸਤੇ ਤਿਆਰੀ ਕਰਨੀ ਹੈ। 6ਵੀਂ ਪੌੜੀ ਦਾ ਜਪ ਕਰਕੇ ਸਤਿਗੁਰੂ ਨੂੰ ਧਿਆਉਂਦਿਆਂ ਹੋਇਆ ਅਟਕੀ ਨਾਰੀ 8ਵੀਂ ਨਾਵੀਂ ਮੰਤਰ ਸੰਦ। ਕੋਈ ਬੰਧਨ ਪੈ ਜਾਏ ਕਾਰਜ ਦੇ ਵਿੱਚ, ਕਹਿਣ ਲੱਗੇ ਕਾਰਜ ਰਾਸ ਨਾ ਹੁੰਦਾ ਹੋਏ, ਫਿਰ 7ਵੀਂ ਪੌੜੀ ਦਾ ਜਪ ਕਰਨਾ। ਔਰ ਕਹਿਣ ਲੱਗੇ ਫਿਰ 8ਵੀਂ ਪੌੜੀ ਨਾਰੀ ਦੇ ਸੰਜੋਗ ਵਾਸਤੇ, ਸੰਜੋਗ ਦੇ ਵਿੱਚ ਅਟਕਣ ਹੈ, ਫਿਰ 8ਵੀਂ ਪੌੜੀ ਦਾ ਜਪ ਕਰਨਾ। ਔਰ 9ਵੀਂ ਪੌੜੀ ਦਾ ਕਹਿਣ ਲੱਗੇ ਮੰਤਰ ਦੀ ਸਿੱਧੀ ਵਾਸਤੇ, ਜਪ ਮੰਤਰ ਦੀ ਸਿੱਧੀ ਵਾਸਤੇ ਇਉਂ ਵਾਰ-ਵਾਰ ਸਵਾਸ ਸਵਾਸ ਜਪਣਾ ਹੈ। 10ਵੀਂ ਦਸਦੇ ਵਰਜ ਜੈ ਵਾਹਨ ਲੈਬੇ ਬੀਚ। ਵਣਜ ਵਪਾਰ ਕਰਦਿਆਂ ਕਹਿਣ ਲੱਗੇ ਜਦੋਂ ਕੋਈ ਵਪਾਰ ਕਰਨ ਵਾਸਤੇ ਜਾਣਾ ਹੈ 10ਵੀਂ ਪੌੜੀ ਦਾ ਜਪ ਕਰਨਾ ਹੈ। ਔਰ ਜਦੋਂ ਕੋਈ ਵਾਹਨ ਖਰੀਦਣਾ ਹੈ, ਵਾਹਨ ਖਰੀਦਣ ਸਮੇਂ ਕਹਿਣ ਲੱਗੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਗੱਡੀ ਦੀ ਸੀਟ 'ਤੇ ਬਹਿ ਕੇ ਜਪਜੀ ਸਾਹਿਬ ਦਾ ਜਪ ਕਰਨਾ। ਸਤਿਗੁਰੂ ਜੀ ਤੇਰੀ ਦਾਤ ਹੈ, ਸ਼ੁਕਰਾਨਾ ਕਰਨਾ ਹੈ ਪਰਮੇਸ਼ਰ ਦਾ। ਚੜਨੇ ਕ੍ਰਿਆ ਵਿਕ੍ਰੈ ਵਿਖੇ 11 ਪੌੜੀ ਖੀਚ। ਔਰ ਜਦੋਂ ਕਿਸੇ ਕਾਰਜ ਵਾਸਤੇ ਜਾਣਾ ਹੈ, ਘਰ ਤੋਂ ਚੱਲਿਆ ਸ੍ਰੀ ਜਪਜੀ ਸਾਹਿਬ ਦਾ ਜਪ ਕਰਕੇ ਚੱਲੇ, ਸਤਿਗੁਰੂ ਜੀ ਤੇਰੇ ਕਾਰਜ ਜਿਹੜੇ ਹਨ ਉਹ ਰਾਸ ਕਰਦੇ ਹਨ। ਪਾਰੀ ਪੜ ਕਲਪਨ ਕਰੇ ਦੁਖ ਅਰਿਸ਼ਟ ਕੋ ਨਾਸ਼। ਕਲਪਨਾ ਹੈ, ਮਨ ਦੇ ਵਿੱਚ ਸੰਕਲਪ ਲਿਆ ਹੈ, ਕਹਿਣ ਲੱਗੇ ਜਿਹੜੀ ਕਲਪਨਾ ਕੀਤੀ ਹੈ ਸਤਿਗੁਰੂ ਜੀ ਤੇਰੇ ਫੁਰਨੇ ਵੀ ਪੂਰੇ ਕਰ ਦਿੰਦੇ ਜਦੋਂ ਭਾਵਨਾ ਸਹਿਤ ਜਪਜੀ ਸਾਹਿਬ ਦਾ ਜਪ ਕਰੇ। ਕਲਪਨਾ ਹਿਰਦੇ ਅੰਦਰ ਫੁਰਨਾ ਫੁਰਿਆ ਹੈ। ਔਰ ਮਹਾਰਾਜ ਜੀ ਤਾਂ ਕਹਿਣ ਲੱਗੇ ਆਸਾਵੰਤੀ ਆਸ ਗੁਸਾਈ ਪੂਰੀ ਹੈ। ਸਤਿਗੁਰੂ ਦੀ ਕਿਰਪਾ ਦੁਆਰਾ ਜਦੋਂ ਇਉਂ ਜਪ ਕਰੇ ਮਹਾਰਾਜ ਜੀ ਕਹਿੰਦੇ ਤੇਰੀ ਕਲਪਨਾ ਵੀ ਪੂਰੀ ਹੋ ਜਾਏ, ਦੁੱਖ ਨਾਸ਼ ਹੋ ਜਾਂਦੇ ਹਨ। ਤੇਰਾ ਤੇ ਸਿੱਧਨ ਭਜੈ ਕਾਰਜ ਰਾਜਸ ਰਾਸ। ਜਦੋਂ ਕਹਿਣ ਲੱਗੇ 13ਵੀਂ ਪੌੜੀ ਪੜ੍ਹੇ ਰਿੱਧੀਆਂ ਸਿੱਧੀਆਂ ਕਹਿੰਦੇ ਭੱਜੀਆਂ ਆਉਂਦੀਆਂ। ਮਹਾਰਾਜ ਜੀਆਂ ਦੀ ਬਾਣੀ ਦਾ ਜਪ ਕਰਦਿਆਂ ਕਾਰਜ ਜਿਹੜੇ ਹਨ ਉਹ ਰਾਸ ਹੋ ਜਾਂਦੇ ਹਨ। ਚੰਤਨ ਮਹਿ 14 ਕਹਿਓ ਪੰਚਦਸੀ ਤੇ ਭੂਤ। ਕਿਸੇ ਨੇ ਕੋਈ ਜੰਤਰ ਜਿਹੜਾ ਹੈ ਉਹ ਕਰ ਦਿੱਤਾ ਹੈ, ਕਹਿਣ ਲੱਗੇ ਜੇ ਹਿਰਦੇ ਅੰਦਰ ਜਪਜੀ ਸਾਹਿਬ ਹੈ ਕੋਈ ਜੰਤਰ ਮੰਤਰ ਜਿਹੜਾ ਹੈ ਤੇਰੇ ਤੇ ਚੱਲਦਾ ਨਹੀਂ, ਕਿਸੇ ਦਾ ਅਸਰ ਨਹੀਂ ਹੋਏਗਾ ਜਦੋਂ ਹਿਰਦੇ ਅੰਦਰ ਜਪਜੀ ਸਾਹਿਬ ਵਸਿਆ ਹੋਇਆ ਹੈ। ਔਰ ਮਹਾਰਾਜ ਜੀ ਕਹਿੰਦੇ ਫਿਰ 15ਵੀਂ ਪੌੜੀ ਜਿਹੜੀ ਹੈ ਇਹਦੇ ਭੂਤ ਪ੍ਰੇਤ ਦਾ ਕਹਿਣ ਲੱਗੇ ਪਤਾ ਨਹੀਂ ਇਹਨੂੰ ਕੀ ਛਾਇਆ ਹੋ ਗਿਆ, ਲੱਗਦਾ ਕਿਸੇ ਪਰਾਏ ਨੇ ਕੁਝ ਕਰ ਦਿੱਤਾ। ਜੇ ਹਿਰਦੇ ਅੰਦਰ ਜਪਜੀ ਸਾਹਿਬ ਹੈ ਕੋਈ ਵੀ ਪਰਾਈ ਸ਼ੈ ਤੇਰੇ ਨੇੜੇ ਨਹੀਂ ਆਉਂਦੀ। ਖੋੜਸ ਤੇ ਡਾਕਨ ਤਜੈ ਸਤਦਸ ਮੋਹਨ ਕੂਤ। ਜਦੋਂ 16ਵੀਂ ਪੌੜੀ ਦਾ ਜਪ ਕਰੇ ਕਹਿਣ ਲੱਗੇ ਪਰਾਈ ਸ਼ੈ ਤੈਨੂੰ ਕਦੇ ਡਰ ਨਹੀਂ ਲੱਗੇਗਾ। ਔਰ ਮਨ ਦੀ ਜਿਹੜੀ ਭਾਵਨਾ ਹੈ, ਮਨ ਭਾਉਂਦਾ ਭੋਜਨ ਤੈਨੂੰ ਚਾਹੀਦਾ ਹੈ, ਤੇਰੀ ਇੱਛਾ ਦੀ ਪੂਰਤੀ ਵਾਸਤੇ ਕਹਿਣ ਲੱਗੇ ਇਉਂ ਜਪ ਦਾ ਪਾਠ ਕਰ। ਪੜ੍ਹੈ ਅਖਾਰੈ 8-10 ਨਿਤ ਉਠ ਵਿਦਿਆ ਹੇਤ। ਵਿਦਿਆ ਦੀ ਪ੍ਰਾਪਤੀ ਵਾਸਤੇ, ਉੱਚ ਅਹੁਦੇ ਵਾਸਤੇ ਕਹਿਣ ਲੱਗੇ ਸਵੇਰੇ ਉੱਠ ਕਰਕੇ ਜਪ ਬਾਣੀ ਦਾ ਪਾਠ ਕਰ ਔਰ ਤੇਰਾ ਕਾਰਜ ਜਿਹੜਾ ਹੈ ਉਹ ਪੂਰਾ ਹੋਏਗਾ। ਖਟ ਮਾਹੇ ਵਿਦਿਆ ਵਧੇ ਨਿਰਮਲ ਬੁੱਧ ਸੁਚੇਤ। ਔਰ ਜਦੋਂ ਇਉਂ ਜਪੇ ਕਹਿਣ ਲੱਗੇ ਫਿਰ ਤੇਰੇ ਗਿਆਨ ਵਿੱਚ ਵਾਧਾ ਹੋਏਗਾ, ਵਿਦਿਆ ਵਿੱਚ ਵਾਧਾ ਹੋਏਗਾ, ਨਿਰਮਲ ਬੁੱਧ ਸੁਚੇਤ, ਜਿਹੜੀ ਬੁੱਧ ਜਿਹੜੀ ਹੈ ਉਹ ਨਿਰਮਲ ਹੋਏਗੀ ਔਰ ਤੇਰਾ ਜੀਵਨ ਜਿਹੜਾ ਹੈ ਉਹ ਸੁਚੇਤ ਹੋਏਗਾ। ਸੰਸਾਰ ਵਿੱਚ ਰਹਿੰਦਿਆਂ ਕਹਿਣ ਲੱਗੇ ਜੀਵਨ ਜਿਹੜਾ ਹੈ ਅਚੇਤ ਪੁਣੇ ਵਿੱਚ ਬਿਰਥਾ ਜਾ ਰਿਹਾ ਹੈ, ਕਿਉਂਕਿ ਜਦੋਂ ਅਚੇਤ ਪੁਣਾ ਹੈ ਸੋਝੀ ਨਹੀਂ ਹੈ, ਅਚਨਚੇਤ ਅਚੇਤ ਪੁਣੇ ਵਿੱਚ ਸਮਾਂ ਲੰਘਦਾ ਜਾਂਦਾ ਹੈ। ਔਰ ਜਦੋਂ ਹਿਰਦੇ ਅੰਦਰ ਜਪ ਵਸ ਗਿਆ, ਸਵਾਸ ਸਵਾਸ ਜਪਦਾ ਫਿਰ ਜੀਵਨ ਜਿਹੜਾ ਹੈ ਉਹ ਸੁਚੇਤ ਹੋ ਜਾਂਦਾ ਹੈ, ਸੂਝਵਾਨ ਹੋ ਜਾਂਦਾ ਹੈ,
ਬੁੱਧ ਨਿਰਮਲ ਹੋ ਜਾਂਦੀ ਹੈ। 19 ਸੁਨੀ ਜੋਗ ਮਹਿ ਬਿਨਸੀ ਨਾਰ ਸੰਜੋਗ। 19ਵੀਂ ਪੌੜੀ ਕਹਿਣ ਲੱਗੇ ਜੋਗ ਬਣਦਾ ਹੈ, ਵਿਵਾਹ ਦਾ ਜੋਗ ਨਹੀਂ ਬਣਦਾ। ਹੁਣ ਬਹੁਤ ਸਾਰੇ ਅਰਦਾਸਾਂ ਕਰਾਉਂਦੇ, ਸਾਡੀ ਲੜਕੀ ਦਾ ਰਿਸ਼ਤਾ ਨਹੀਂ, ਸਾਡੇ ਪੁੱਤਰ ਦਾ ਰਿਸ਼ਤਾ ਨਹੀਂ। ਔਰ ਸਤਿਗੁਰੂ ਜੀ ਕਹਿੰਦੇ ਭਾਈ ਬਾਣੀ ਤੇ ਭਰੋਸਾ ਕਰ, ਪੁੱਤਰ ਵੀ ਪੜ੍ਹੇ, ਧੀ ਵੀ ਪੜ੍ਹੇ, ਮਾਂ ਪਿਓ ਵੀ ਪੜ੍ਹਨ, ਫਿਰ ਐਸਾ ਕੋਈ ਕਾਰਜ ਨਹੀਂ ਸੰਜੋਗ ਨਾ ਬਣੇ। ਜੇ ਭਰੋਸਾ ਕਰੀਏ, ਜੇ ਬਾਣੀ ਤੇ ਭਰੋਸਾ ਕਰੀਏ, ਸੋਤੇ ਸਿੱਧੀ ਕਾਰਜ ਰਾਸ ਹੋ ਜਾਂਦੇ। ਪਰ ਭਾਵਨਾ ਨਹੀਂ ਹੈ, ਭਰੋਸਾ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਜਦੋਂ ਪੜ੍ਹੋ ਫਿਰ ਐਸਾ ਕੋਈ ਸੰਜੋਗ ਨਹੀਂ ਹੈ ਜਿਹੜਾ ਨਾ ਬਣੇ। ਸੰਜੋਗ ਬਣ ਜਾਂਦਾ ਹੈ, ਜੋਗ ਜੁੜ ਜਾਂਦਾ ਹੈ। ਸੰਤਤ ਹਿਤ 21ਵੀਂ ਮ੍ਰਿਤ ਸੁਤ ਪਾਵੀ ਜੋਗ। ਸੰਤਾਨ ਦੇ ਵਾਸਤੇ ਕਹਿਣ ਲੱਗੇ ਬੱਚੇ ਦੀ ਪ੍ਰਾਪਤੀ ਚਾਹੀਦੀ ਹੈ। ਮਹਾਰਾਜ ਜੀ ਕਹਿੰਦੇ ਫਿਰ ਜਪਜੀ ਸਾਹਿਬ ਦਾ ਪਾਠ ਕਰਿਆ ਕਰ, ਸਵੇਰੇ ਉੱਠ ਕੇ ਜਪਿਆ ਕਰ, ਸਤਿਗੁਰੂ ਜੀ ਤੇਰੀ ਇੱਛਾ ਪੂਰੀ ਕਰਨਗੇ। ਭਾਵਨਾ ਸਹਿਤ ਜੇ ਤੂੰ ਜਪੇ, ਪੁੱਤਰ ਦੀ ਪ੍ਰਾਪਤੀ ਦੇ ਵਾਸਤੇ, ਬੱਚੇ ਦੀ ਪ੍ਰਾਪਤੀ ਦੇ ਵਾਸਤੇ ਮਹਾਰਾਜ ਜੀ ਕਹਿੰਦੇ ਬਾਣੀ ਤੇ ਭਰੋਸਾ ਕਰ, ਇੱਧਰ ਉੱਧਰ ਭਟਕਣ ਦੀ ਤੈਨੂੰ ਲੋੜ ਨਹੀਂ। ਤੀਰਦਨ ਅਖੁੱਟ ਮੈਂ 24 ਚਾਤੁਰ ਪ੍ਰੀਤ। ਤੇਰਾ ਖਜ਼ਾਨਾ ਅਖੁੱਟ ਰਹੇ। ਜਿੱਥੇ ਨਾਮ ਧਨ ਰੂਪੀ ਖਜ਼ਾਨਾ ਹੈ ਉੱਥੇ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੈ ਸਦਾ ਵਸਾਏ। ਸਭ ਕੁਝ ਦੀ ਉਹਨੂੰ ਪ੍ਰਾਪਤੀ ਹੋ ਜਾਂਦੀ ਹੈ। ਪੰਚ ਵਿਸਮੀ ਆਦਰੇ ਸਭ ਕੋ ਮੋਹਨ ਰੀਤ। ਸਭਨਾਂ ਦਾ ਮਨ ਮੋਹ ਲੈਣ ਵਾਲਾ ਕਹਿਣ ਲੱਗੇ, ਸਭਨਾਂ ਨੂੰ ਪਿਆਰਾ ਲੱਗੇ। ਇਉਂ ਸ੍ਰੀ ਜਪਜੀ ਸਾਹਿਬ ਦਾ ਪਾਠ ਹਿਰਦੇ ਅੰਦਰ ਵਸਿਆ ਹੋਇਆ ਹੈ। ਜਦੋਂ ਘਰ ਤੋਂ ਜਾਏ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ, ਔਰ ਫਿਰ ਜਿੱਥੇ ਵੀ ਜਾਣਾ ਕਹਿਣ ਲੱਗੇ ਦਫ਼ਤਰ ਦੇ ਵਿੱਚ ਤੇਰਾ ਕੋਈ ਕਾਰਜ ਹੈ, ਕੋਈ ਰੁਕਾਵਟ ਨਹੀਂ ਪਏਗੀ, ਅੜਚਣ ਨਹੀਂ ਪਏਗੀ। ਸਭਨਾਂ ਦੇ ਮਨ ਨੂੰ ਮੋਹਣ ਵਾਲਾ ਤੇਰਾ ਜੀਵਨ ਜਿਹੜਾ ਹੈ ਉਹ ਬਣ ਜਾਏਗਾ ਜਦੋਂ ਤੂੰ ਭਾਵਨਾ ਸਹਿਤ ਉਹ ਜਪ ਕਰੇਗਾ। 26 ਛਲ ਮੈਂ ਬਲ ਧਰੇ ਸਬਤ ਵਿੰਸ਼ ਕਾ ਜਾਪ। ਜਦੋਂ ਕੋਈ ਤੇਰੇ ਨਾਲ ਛਲ ਕਰਦਾ ਹੈ, ਛਲੀਆ ਜਿਹੜਾ ਹੈ ਉਹਦਾ ਛਲ ਤੇਰੇ ਤੇ ਭਾਰੂ ਨਹੀਂ ਪਏਗਾ, ਕਿਉਂਕਿ ਤੇਰੇ ਵਿੱਚ ਬਲ ਇੰਨਾ ਸਤਿਗੁਰੂ ਨੇ ਬਖਸ਼ਿਸ਼ ਕਰ ਦੇਣਾ ਹੈ ਜਦੋਂ ਤੂੰ ਪਾਵਨ ਬਾਣੀ ਦਾ ਜਪ ਹਿਰਦੇ ਅੰਦਰ ਵਸਾਏਗਾ। 28 ਭੈ ਰੂਪ ਹੋਏ ਬੱਜਰ ਸਮ ਪਾਪ। ਔਰ ਜਦੋਂ 28ਵੀਂ ਪੌੜੀ ਪੜ੍ਹੇ ਸਤਿਗੁਰੂ ਜੀ ਕਹਿੰਦੇ ਤੇਰਾ ਭੈ ਜਿਹੜਾ ਹੈ ਉਹ ਦੂਰ ਹੋਏਗਾ, ਤੇਰੇ ਬੱਜਰ ਪਾਪ ਜਿਹੜੇ ਹਨ ਉਹਨਾਂ ਦਾ ਨਾਸ਼ ਹੋਏਗਾ। ਵਿਖ ਪੀਵੈ ਪਿਖਿਆ ਕੱਟੇ 29 ਕਾ ਝਾੜ। ਜਦੋਂ ਕੋਈ ਸੱਪ ਕੱਟ ਲਵੇ ਕਹਿਣ ਲੱਗੇ, ਫਿਰ ਜਿਹੜੀ 29ਵੀਂ ਪੌੜੀ ਹੈ ਸ੍ਰੀ ਜਪਜੀ ਸਾਹਿਬ ਦੀ, ਉਹਦਾ ਤੂੰ ਜਪ ਕਰੇ, ਸੰਪੂਰਨ ਜਪ ਪੜ੍ਹੇ। ਕਹਿਣ ਲੱਗੇ ਸੱਪ ਦਾ ਜ਼ਹਿਰ ਜਿਹੜਾ ਹੈ ਉਹ ਲੈ ਜਾਂਦਾ ਹੈ। ਦੂਧ ਵਧਾਵੈ ਵਜਨ ਮੈਂ 30 ਪੌੜੀਆਂ ਗਾੜ। ਕਹਿਣ ਲੱਗੇ 30ਵੀਂ ਪੌੜੀ ਹੈ, ਘਰ ਦੇ ਵਿੱਚ ਦੁੱਧ ਦੇ ਵਿੱਚ ਵਾਧਾ ਹੁੰਦਾ ਹੈ। ਕਹਿਣ ਲੱਗੇ ਜਦੋਂ ਤੂੰ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦਿਆਂ ਆਪਣੇ ਮਾਲ ਡੰਗਰ ਨੂੰ ਪੱਠੇ ਪਾਉਣਾ, ਫਿਰ ਬਹਿ ਕੇ ਧਾਰ ਚੋਣਾ। ਕਹਿਣ ਲੱਗੇ ਸੋਤੇ ਸੇਧੀ ਦੁੱਧ ਦੇ ਵਿੱਚ ਵਾਧਾ ਹੋਏਗਾ ਜਦੋਂ ਹਿਰਦੇ ਅੰਦਰ ਜਪ ਵਸਿਆ ਹੋਇਆ। ਹੁਣ ਦੁੱਧ ਤਾਂ ਚੋਂਦਾ ਰਾਮੂ। ਕਹਿਣ ਲੱਗੇ ਪਹਿਲਾਂ ਭੋਗ ਰਾਮੂ ਨੇ ਲਾਉਣਾ, ਫਿਰ ਉਹ ਤੁਹਾਨੂੰ ਲਾ ਕੇ ਲਿਆ ਕੇ ਦੇਵੇਗਾ ਦੁੱਧ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਦੋਂ ਤੂੰ ਆਪ ਜਪ ਪੜ੍ਹੇ ਫਿਰ ਤੈਨੂੰ ਉਹਦੇ 'ਚ ਪਾਣੀ ਪਾਉਣ ਦੀ ਲੋੜ ਨਹੀਂ, ਕਿਉਂਕਿ ਹਿਰਦੇ ਅੰਦਰ ਸੱਚ ਵਸ ਜਾਏਗਾ। ਪਾਣੀ ਪਾ ਕੇ ਦੁੱਧ ਵਧਾਉਣ ਦੀ ਲੋੜ ਨਹੀਂ। ਜੇ ਹਿਰਦੇ ਅੰਦਰ ਜਪਜੀ ਸਾਹਿਬ ਹੈ, ਜਪ ਤੇ ਭਰੋਸਾ, ਫਿਰ ਸੁਤੇ ਸਿੱਧੀ ਮਹਾਰਾਜ ਜੀਆਂ ਨੇ ਪ੍ਰਵਾਹ ਚਲਾ ਦੇਣਾ ਹੈ। ਏਕੀ ਛੇਕੋ ਤੋਕੀ ਭਾਗੇ ਤ੍ਰੈ ਤੇਤੇ ਇਕ ਤਾਪ। ਕਹਿਣ ਲੱਗੇ ਤਾਪ ਚੜਿਆ ਹੋਇਆ ਹੈ,
ਤਈਏ ਦੇ ਤਾਪ ਦੁਆਰਾ ਕਹਿਣ ਲੱਗੇ ਤਈਏ ਦੀ ਸਾਖੀ ਗੁਰੂ ਅਮਰਦਾਸ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਔਰ ਜੇ ਕੋਈ ਜਪਜੀ ਸਾਹਿਬ ਦਾ ਭਾਵਨਾ ਸਹਿਤ ਪਾਠ ਕਰੇ, ਕਹਿਣ ਲੱਗੇ ਤਾਪ ਜਿਹੜਾ ਹੈ ਉਹ ਦੂਰ ਹੋ ਜਾਂਦਾ ਹੈ। ਨਿਤ ਚੋਰੀ ਚੌਥੀ ਪੜੈ 40 ਪਾਪ। 40 ਪਾਠ ਕਹਿਣ ਲੱਗੇ ਇੱਕ ਪੌੜੀ ਦਾ। ਔਰ ਜਦੋਂ ਕਹਿਣ ਲੱਗੇ ਤਾਪ ਨਾ ਉਤਰੇ ਫੇਰ ਚੜ ਜਾਂਦਾ ਹੈ। ਕਈਆਂ ਨੂੰ ਕਹਿਣ ਲੱਗੇ ਮਲੇਰੀਆ ਹੋ ਗਿਆ, ਤਈਏ ਦਾ ਤਾਪ ਹੋ ਗਿਆ, ਤੀਏ ਦਿਨ ਚੜ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਉਹ 31ਵੀਂ ਪੌੜੀ ਦਾ 40 ਵਾਰ ਜਪ ਕਰੀ ਜਾਣਾ। ਜਪਦਿਆਂ ਕਹਿਣ ਲੱਗੇ ਇਹ ਜਿਹੜਾ ਤਾਪ ਹੈ ਦੂਰ ਹੋ ਜਾਂਦਾ। ਤਿੰਨੇ ਹੀ ਤਾਪ ਜਿਹੜੇ ਹਨ ਹਿਰਦੇ ਅੰਦਰੋਂ ਨਾਸ਼ ਹੋ ਜਾਂਦੇ ਹਨ। ਕਰਮ ਮਾਝ 10 ਕੋ ਪੜੈ ਅਰਥ ਮਾਹਿ 20 ਪਾਠ। ਕਰਮਾਂ ਨੂੰ ਸਵਾਰਨ ਵਾਸਤੇ ਕਹਿਣ ਲੱਗੇ ਕਰਮਾਂ ਦੀ ਸਿੱਧੀ ਵਾਸਤੇ ਜੇ ਕਰਮਾਂ ਨੂੰ ਵਾਂਝਣਾ ਤੇਰੇ ਕਰਮ ਸ਼ੁੱਧ ਹੋ ਜਾਣ, ਮਹਾਰਾਜ ਜੀ ਕਹਿੰਦੇ ਫਿਰ ਜਪਜੀ ਸਾਹਿਬ ਦਾ ਪਾਠ ਕਰਿਆ ਕਰ। ਔਰ ਅਰਥਾਂ ਸਹਿਤ ਸਮਝ ਕੇ ਕਿ ਸਤਿਗੁਰੂ ਜੀ ਸਾਨੂੰ ਕੀ ਕਹਿੰਦੇ, ਸਾਨੂੰ ਉਪਦੇਸ਼ ਕੀ ਹੈ। ਜੋ ਭਾਵਨਾ ਸਹਿਤ ਪੜ੍ਹੇਗਾ, ਮਹਾਰਾਜ ਜੀ ਕਹਿੰਦੇ ਤੇਰੇ ਕਰਮ ਬਣਨਗੇ, ਕਰਮ ਤੇਰੇ ਮਾਂਜੇ ਜਾਣੇ, ਕਰਮ ਤੇਰੇ ਸ਼ੁੱਧ ਹੋ ਜਾਣੇ ਹਨ। 30 ਕਾਮਨਾ ਸੰਚਰਤ 40 ਮੁਕਤ ਰਸੋਰਾਠ। ਕਾਮਨਾ ਦੀ ਕਹਿਣ ਲੱਗੇ ਪੂਰਤੀ ਵਾਸਤੇ, ਔਰ ਮਹਾਰਾਜ ਜੀ ਕਹਿੰਦੇ ਮੁਕਤੀ ਦੇ ਵਾਸਤੇ। ਕਿਉਂ ਬਾਰ-ਬਾਰ ਜਪ ਕਰਨਾ, ਜਪ ਪੜ੍ਹਨਾ ਹੈ। 35 ਪੰਗਤ 36 ਗੜ ਸੂਰ ਕਾਟ 37। 35ਵੀਂ ਕਹਿਣ ਲੱਗੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ, ਔਰ ਕਾਰਜ ਦੀ ਕਹਿਣ ਲੱਗੇ ਸਿੱਧੀ ਵਾਸਤੇ। ਇਉਂ ਬਾਰ-ਬਾਰ ਪਾਵਨ ਬਾਣੀ ਦਾ ਜਪ ਕਰਨਾ। 38 ਮਿਲਨੇ ਸਾਧ ਕੇ ਕੈ ਨਿਪ ਪੌਰ ਅਸੀਸ। ਔਰ ਜਦੋਂ ਸੰਗਤ ਵਿੱਚ ਆਉਣਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਸੰਗਤ ਸਰਵੋਤਮ ਸੰਗਤ ਹੈ। ਘਰ ਤੋਂ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਆਉਣਾ, ਸਤਿਗੁਰਾਂ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਕੈ ਨਿਪ ਪੌਰ ਅਸੀਸ। ਔਰ ਸਤਿਗੁਰੂ ਜੀ ਕਹਿੰਦੇ ਜਦੋਂ ਰਾਜ ਪ੍ਰਬੰਧ ਵਿੱਚ ਜਾਣਾ, ਰਾਜ ਦਰਬਾਰੇ ਜਾਣਾ, ਸਰਕਾਰੇ ਦਰਬਾਰੇ ਜਾਣਾ, ਉਦੋਂ ਫਿਰ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਜਾ। ਤੇਰਾ ਕੇਸ ਚੱਲਦਾ ਹੈ, ਕਿਸੇ ਘਰ ਦੇ ਕਾਰਜ ਵਾਸਤੇ ਜਾਣਾ, ਸਰਕਾਰੇ ਦਰਬਾਰੇ ਔਕੜ ਬਣੀ ਹੋਈ ਹੈ, ਅੜਚਣ ਪੈਂਦੀ ਹੈ। ਮਹਾਰਾਜ ਜੀ ਕਹਿੰਦੇ ਭਾਵਨਾ ਸਹਿਤ ਪਹਿਲਾਂ ਅੰਮ੍ਰਿਤ ਵੇਲੇ ਉੱਠ, ਫਿਰ ਉੱਠ ਕੇ ਜਪ, ਸ੍ਰੀ ਜਪਜੀ ਸਾਹਿਬ ਦਾ ਜਾਪ ਸਵਾਸ ਜਦੋਂ ਜਪੇਗਾ ਔਰ ਫਿਰ ਜਾਏਗਾ ਸੋਤੇ ਸਿੱਧੀ ਕਾਰਜ ਤੇਰਾ ਸਵਰ ਜਾਣਾ ਹੈ। 39 ਤਨ ਦੇਵ ਕੋ 40 ਚਤੁਰਭੁਜ ਰੂਪ। ਪਰਮੇਸ਼ਰ ਦੇ ਨਾਲ ਤੇਰਾ ਮਿਲਾਪ ਹੋਵੇ। ਮਹਾਰਾਜ ਜੀ ਕਹਿੰਦੇ ਇਉਂ ਇੱਛਾ ਰੱਖ ਕੇ ਜਦੋਂ ਤੂੰ ਜਪ ਪੜ੍ਹੇ, ਪੜ੍ਹਦਿਆਂ ਮਹਾਰਾਜ ਜੀ ਕਹਿੰਦੇ ਤੇਰਾ ਸੱਚਖੰਡ ਤੱਕ ਤੇਰੀ ਸੁਰਤ ਜਿਹੜੀ ਹੈ ਉੱਥੇ ਪਹੁੰਚ ਜਾਂਦੀ ਹੈ। 4 ਭਾਂਤ ਜਪ ਲਿਖੋ ਤੇ ਭੋਜਨ ਅਖੈ ਸਰੂਪ। ਮਹਾਰਾਜ ਜੀ ਕਹਿੰਦੇ ਇਹ ਜਿਹੜਾ ਜਪ ਹੈ, ਕੋਈ ਐਸੀ ਕਾਮਨਾ ਨਹੀਂ, ਕੋਈ ਐਸਾ ਕਾਰਜ ਨਹੀਂ ਹੈ, ਕੋਈ ਐਸਾ ਦੁੱਖ ਨਹੀਂ ਹੈ ਜਪ ਪੜ੍ਹੇ ਤੇ ਤੇਰਾ ਦੂਰ ਨਾ ਹੋਵੇ। ਜਪ ਮਹਿਮਾ ਪੌੜੀ ਪੜੈ ਕਰ ਹੈ ਗੁਰ ਸਨ ਪ੍ਰੀਤ। ਜਪ ਦੀ ਮਹਿਮਾ ਤੈਨੂੰ ਪ੍ਰਾਪਤ ਹੋਏਗੀ ਜਿਉਂ-ਜਿਉਂ ਪੜ੍ਹੇਗਾ। ਪੌੜੀ ਦਰ ਪੌੜੀ ਪੜ੍ਹਦਿਆਂ ਹਰ ਇੱਕ ਪੌੜੀ ਦਾ ਤੈਨੂੰ ਭਾਵ ਸਮਝ ਆ ਰਿਹਾ ਹੈ ਕਿ ਸਤਿਗੁਰੂ ਜੀ ਮੈਨੂੰ ਕੀ ਕਹਿ ਰਹੇ ਹਨ। ਕਿਉਂ ਜਦੋਂ ਪੜ੍ਹਦਿਆਂ ਤੇਰੀ ਸਤਿਗੁਰੂ ਨਾਲ ਪ੍ਰੀਤ ਬਣੇਗੀ, ਗੁਰੂ ਤੇ ਤੇਰਾ ਭਰੋਸਾ ਬਣੇਗਾ, ਬਾਣੀ ਦੇ ਨਾਲ ਤੇਰਾ ਪ੍ਰੇਮ ਬਣੇਗਾ। ਨਿਚਾ ਜਾ ਕਾ ਗੁਰਨ ਮੈਂ ਹੋਏ ਸਫਲ ਤੇਰੀਤ। ਤੇਰਾ ਕੀਤਾ ਹੋਇਆ ਪਾਠ ਜੇ ਨਿਸ਼ਚੈ ਹਿਤ ਕਰਦਾ ਹੈ, ਤੈਨੂੰ ਗੁਰੂ ਤੇ ਭਰੋਸਾ ਹੈ,
ਤੇਰਾ ਕੀਤਾ ਹੋਇਆ ਯਤਨ ਮਹਾਰਾਜ ਜੀ ਕਹਿੰਦੇ ਸਫਲ ਹੋਣਾ ਹੈ। ਤੇਰੀ ਇਹ ਰੀਤ, ਤੇਰਾ ਇਹ ਮਾਰਗ, ਤੇਰਾ ਅਪਣਾਇਆ ਹੋਇਆ ਰਸਤਾ, ਕੀਤਾ ਹੋਇਆ ਜਪ ਮਹਾਰਾਜ ਜੀ ਕਹਿੰਦੇ ਸਫਲ ਹੋ ਜਾਣਾ ਹੈ। ਇਹ ਜਪ ਗੁਰ ਪਰ ਜਨ ਸਬਿਦ, ਗੁਰ ਨਾਨਕ ਮੁਖ ਮੰਤ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਸਤਿਗੁਰਾਂ ਨੇ ਆਪ ਜਪਿਆ। ਮਹਾਰਾਜ ਜੀਆਂ ਨੇ ਜਦੋਂ ਰਾਵੀ ਵਿਖੇ ਆਪਣੇ ਸਰੀਰ ਦਾ ਤਿਆਗ ਕੀਤਾ, ਸਤਿਗੁਰਾਂ ਨੇ ਪਹਿਲਾਂ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ। 5 ਸਿੱਖ ਸਤਿਗੁਰਾਂ ਦੇ ਨਾਲ ਸਨ ਉਸ ਵੇਲੇ, ਭਾਈ ਵਿਦਿਆ, ਭਾਈ ਜੇਠਾ, ਭਾਈ ਲੰਗਾ, ਭਾਈ ਪੈੜਾ ਮਹਾਰਾਜ ਜੀਆਂ ਦੇ ਪਿਆਰੇ ਸੀ। ਫਿਰ ਉਹਨਾਂ ਨੇ ਆ ਕਰਕੇ ਦੱਸਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਕਿ ਇਸ ਵਿਧੀ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਨੇ ਸਤਿਗੁਰੂ ਜੀ ਜੋਤੀ ਜੋਤ ਸਮਾਏ ਔਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦੇ ਮੁਖਾਰਬਿੰਦ ਤੋਂ ਧੁਰੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਇਹ ਬਖਸ਼ਿਸ਼ ਹੋਈ ਸਤਿਗੁਰਾਂ ਨੂੰ। ਇਹ ਨਾਮ ਦਾ ਪਿਆਲਾ ਹੈ। ਪਾਰਬ੍ਰਹਮ ਪਰਮੇਸ਼ਰ ਦੇ ਨਾਲ ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦਾ ਸਤਿਗੁਰਾਂ ਦਾ ਮਿਲਾਪ ਹੁੰਦਾ ਹੈ ਔਰ ਸਤਿਗੁਰਾਂ ਨੂੰ ਇਹ ਪਿਆਲਾ ਆਇਆ ਨਾਮ ਦਾ, ਇਹ ਨਾਨਕ ਅਸੀਂ ਪਾਰਬ੍ਰਹਮ ਪਰਮੇਸ਼ਰ, ਤੁਸੀਂ ਗੁਰ ਪਰਮੇਸ਼ਰ। ਇਹ ਨਾਮ ਦਾ ਪਿਆਲਾ ਹੈ ਸ਼ਬਦ ਰੂਪ। ਆਪ ਪੀਓ ਔਰ ਫਿਰ ਜਾ ਕਰਕੇ ਸੰਸਾਰੀ ਜੀਵਾਂ ਨੂੰ ਪਿਆਓ। ਪਹਿਲਾਂ ਕਿੰਨੇ ਸੰਸਾਰ ਤੇ ਆਏ ਹਨ, ਉਹਨਾਂ ਨੇ ਆਪਣਾ ਆਪਣਾ ਨਾਮ ਜਪਾਇਆ। ਪਾਰਬ੍ਰਹਮ ਪਰਮੇਸ਼ਰ ਦੇ ਬਾਰੇ ਕਿਸੇ ਨੇ ਨਹੀਂ ਦੱਸਿਆ। ਉਹਦੀ ਹਸਤੀ, ਉਹਦਾ ਗਿਆਨ, ਉਹਦੇ ਨਾਲ ਜੁੜਨ ਦੀ ਜਿਹੜੀ ਤਾਕਤ ਹੈ, ਉਹਦੇ ਨਾਲ ਜੁੜਨ ਦੀ ਜਿਹੜੀ ਵਿਧੀ ਹੈ, ਇਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਨੇ ਕਰਤਾਰ ਤੱਕ ਪਹੁੰਚਣ ਦਾ ਮਾਰਗ ਜਿਹੜਾ ਸੀ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸੰਸਾਰ ਤੇ ਲੈ ਕਰਕੇ ਆਏ। ਔਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦੇ ਮੁਖਾਰਬਿੰਦ ਤੋਂ ਗੁਰ ਨਾਨਕ ਮੁਖ ਮੰਤਰ, ਸਤਿਗੁਰਾਂ ਦੇ ਮੁਖ ਤੋਂ ਇਹ ਪਾਵਨ ਮੰਤਰ ਜਿਹੜਾ ਹੈ ਉਚਾਰਨ ਹੋਇਆ ਹੈ। ਲਿਖਿਆ ਸੁਕਰ ਗੁਰ ਰਾਜ, ਸਤਿਗੁਰ ਸਨਮੁਖ ਸੁਖ ਸੰਤ। ਔਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਨੇ ਫਿਰ ਗੁਰਸਿੱਖਾਂ ਦੇ ਸਨਮੁਖ ਹੋ ਕਰਕੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀਆਂ ਨੂੰ ਕਿਹਾ ਕਿ ਜਪਜੀ ਸਾਹਿਬ ਦੀ ਤੁਸੀਂ ਤਰਤੀਬ ਬਣਾਉਣਾ ਕਰੋ। ਸਭ ਸਾਧਨ ਪ੍ਰਗਟ ਕੀਏ, ਨਹੀਂ ਦੁਸ਼ਟ ਕੋ ਦੇ। ਔਰ ਮਹਾਰਾਜ ਜੀਆਂ ਨੇ ਸਾਰੇ ਸਾਧਨ ਜਿਹੜੇ ਸਨ ਗੁਰਸਿੱਖਾਂ ਵਾਸਤੇ ਪ੍ਰਗਟ ਕੀਤੇ ਔਰ ਸਮਗਰ ਸੁੱਖ ਜਿਹੜੇ ਹਨ ਔਰ ਦੇਹ ਜਿਹੜੀ ਆ ਉਹ ਸਫਲੀ ਹੋ ਜਾਂਦੀ ਹੈ। ਪਰ ਹੈ ਸਿੱਖ ਪ੍ਰਤੀਤ ਤੇ ਵਿਪਰ ਸਾਧ ਕੀ ਸੇਵ। ਫਲੀ ਭੂਤ ਹੁੰਦੇ ਜਦੋਂ ਸੇਵਾ ਸਹਿਤ, ਕਿਉਂਕਿ ਮਨ ਸਾਧਿਆ ਜਾਂਦਾ ਹੈ ਸਤਿਗੁਰਾਂ ਦੀ ਬਾਣੀ ਦੇ ਦੁਆਰਾ, ਪਰਮੇਸ਼ਰ ਦੇ ਨਾਮ ਦੁਆਰਾ। ਜਦੋਂ ਕੋਈ ਜਪੇ ਮਨ ਸ਼ੁੱਧ ਹੁੰਦਾ ਹੈ ਔਰ ਤਨ ਸ਼ੁੱਧ ਹੁੰਦਾ ਹੈ ਜਦੋਂ ਹੱਥੀਂ ਸੇਵਾ ਕਰਦਾ ਹੈ। ਔਰ ਦੋਨੋਂ ਹੀ ਮਹਾਰਾਜ ਜੀਆਂ ਨੇ ਮਾਰਗ ਜਿਹੜੇ ਸੀ ਬਖਸ਼ਿਸ਼ ਕਰ ਦਿੱਤੇ। ਮਨ ਦੀ ਸ਼ੁੱਧੀ ਵਾਸਤੇ ਸਤਿਗੁਰਾਂ ਦੀ ਪਵਿੱਤਰ ਬਾਣੀ ਹੈ ਔਰ ਤਨ ਦੀ ਸ਼ੁੱਧੀ ਵਾਸਤੇ ਮਹਾਰਾਜ ਜੀ ਕਹਿੰਦੇ ਦਰ ਘਰ ਦੀ ਸੇਵਾ ਕਰਨੀ। ਸੇਵਾ ਕਰਦਿਆਂ ਤੇਰਾ ਸਰੀਰ ਜਿਹੜਾ ਹੈ, ਤੇਰੇ ਹੱਥ ਪੈਰ ਜਦੋਂ ਸਤ ਸੰਗਤ ਵਿੱਚ ਚੱਲ ਕਰਕੇ ਆਉਣਾ ਹੈ, ਤੇਰਾ ਸਰੀਰ ਸ਼ੁੱਧ ਹੁੰਦਾ ਹੈ ਔਰ ਮਨ ਸ਼ੁੱਧ ਹੁੰਦਾ ਹੈ ਜਦੋਂ ਸਤਿਗੁਰਾਂ ਦੇ ਪਾਵਨ ਬਚਨ ਸੁਣਦਾ ਹੈ। ਉਸਤਤ ਨਿੰਦਾ ਕਰ ਹਰੈ, ਕਰਹਿ ਈਰਖਾ ਮਾਨ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਨਾ। ਜਨ ਨਾਨਕ ਕੇ ਖੇਲ ਕਟਨ ਹੈ, ਕਿਨਹੂ ਗੁਰਮੁਖ ਜਾਨਾ। ਕਹਿੰਦੇ ਦੋਨੋਂ ਹੀ ਜਿਹੜੇ ਮਾਰਗ ਹਨ ਇਹ ਛੱਡਦੇ ਨੇ। ਉਸਤਤ ਵੀ ਮਾੜੀ ਹੈ ਔਰ ਨਿੰਦਾ ਵੀ ਮਾੜੀ ਹੈ ਔਰ ਇਹ ਔਖਾ ਖੇਲ ਹੈ। ਮਹਾਰਾਜ ਜੀ ਕਹਿੰਦੇ ਖੇਲ ਕਠਨ ਹੈ, ਗੁਰਮੁਖਾਂ ਨੇ ਜਾਣ ਲਿਆ। ਉਹਨਾਂ ਨੇ ਉਸਤਤ ਵੀ ਛੱਡ ਦਿੱਤੀ ਔਰ ਨਿੰਦਾ ਵੀ ਛੱਡ ਦਿੱਤੀ। ਸਦੀਵ ਕਾਲ ਲਈ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਗਿਆ। ਜਿਨ੍ਹਾਂ ਨੇ ਜਪ ਤੇ ਭਰੋਸਾ ਕੀਤਾ ਹੈ, ਜਪ ਬਾਣੀ ਦਾ ਰੂਪ ਹੋ ਗਏ। ਵੇਦ ਬਚਨ ਸਮ ਗੁਰ ਬਚਨ, ਸਭ ਸੰਤਨ ਪਰਮਾਨ। ਵੇਦ ਬਚਨ, ਪਹਿਲਾਂ ਵੇਦ ਬਾਣੀ ਸੀ। ਜਿਨ੍ਹਾਂ ਨੇ ਵੇਦ ਪੜ੍ਹੇ
ਉਹਨਾਂ ਨੂੰ ਬੇਦੀ ਕਿਹਾ ਗਿਆ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵਡੇਰੇ ਜਿਹੜੇ ਸਨ ਉਹ ਵੇਦ ਪੜ੍ਹੇ, ਬੇਦੀ ਕਹਾਏ। ਔਰ ਮਹਾਰਾਜਿਆਂ ਨੇ ਆ ਕਰਕੇ ਫਿਰ ਉਹ ਮਹਾਮੰਤਰ ਲੈ ਕਰਕੇ ਆਉਂਦਾ, ਬਾਣੀ ਬ੍ਰਹਮਾ ਵੇਦ ਧਰਮ ਦਿਰੜੋ, ਪਾਪ ਤਜਾਇਆ ਬਲਰਾਮ ਜੀਓ। ਸਤਿਗੁਰਾਂ ਦੀ ਪਵਿੱਤਰ ਬਾਣੀ ਇਹੀ ਬ੍ਰਹਮਾ ਦੁਆਰਾ ਉਚਾਰੇ ਗਏ ਵੇਦ ਹਨ। ਮਹਾਰਾਜ ਜੀ ਕਹਿੰਦੇ ਸੱਚ ਧਰਮ ਨੂੰ ਦ੍ਰਿੜ ਕਰਨ ਵਾਸਤੇ ਬਾਣੀ ਤੇ ਭਰੋਸਾ ਕਰਨਾ, ਬਾਣੀ ਪੜ੍ਹਨੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਜਪ ਤੇ ਭਰੋਸਾ ਕੀਤਾ ਹੈ, ਜਿਨ੍ਹਾਂ ਨੇ ਬਾਣੀ ਪੜ੍ਹੀ ਹੈ, ਉਹਨਾਂ ਦਾ ਹਿਰਦਾ ਸ਼ੁੱਧ ਹੋਇਆ ਹੈ। ਸਵਈਆ ਜਪ ਜਪ ਕੀਏ ਅਗ ਕੋਟ ਹਰੈ, ਨਿਤ ਦਾਨ ਵਦੈ ਬੁੱਧ ਸਾਰ ਤਰੈ। ਜਪ ਜੀ ਦਾ ਜਾਪ ਕੀਤਿਆਂ ਕਹਿਣ ਲੱਗੇ ਅਗ ਕੋਟ ਹਰੇ, ਕਰੋੜਾਂ ਹੀ ਪਾਪ ਜਿਹੜੇ ਹਨ ਉਹ ਦੂਰ ਹੋ ਜਾਂਦੇ। ਮੈਲ ਹੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਹਿਰਦੇ ਅੰਦਰੋਂ ਕਹਿਣ ਲੱਗੇ ਮੈਲ ਦੂਰ ਹੋ ਜਾਂਦੀ, ਕਰੋੜਾਂ ਹੀ ਪਾਪ ਦੂਰ ਹੋ ਜਾਂਦੇ, ਚਿੱਤ ਨਿਰਮਲ ਹੋ ਜਾਂਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਅਗ ਕੋਟ ਹਰੇ, ਨਿਤ ਦਾਨ ਵਧੈ। ਦਾਨ ਕੀਤਿਆਂ ਕਹਿਣ ਲੱਗੇ ਨਿਤ ਧਨ ਦੇ ਵਿੱਚ ਵਾਧਾ ਹੁੰਦਾ ਹੈ। ਬਿਰਤੀ ਜਿਹੜੀ ਹੈ ਇਸ ਤਰ੍ਹਾਂ ਦੀ ਮਾਨੀ ਬੁੱਧ ਸਾਰ ਧਰੈ, ਬੁੱਧੀ ਜਿਹੜੀ ਆ ਉਹ ਸ਼੍ਰੇਸ਼ਟ ਹੁੰਦੀ ਹੈ। ਮਨ ਭਾਵ ਵਧੈ ਸੁਖ ਕਾਮ ਸਦੈ। ਮਨ ਦੇ ਵਿੱਚ ਭਾਵਨਾ ਵੱਧਦੀ ਹੈ, ਜਿਉਂ-ਜਿਉਂ ਕੋਈ ਜਪੇ ਹਿਰਦੇ ਅੰਦਰ ਫਿਰ ਪ੍ਰੇਮ ਪੈਦਾ ਹੁੰਦਾ ਹੈ, ਭਾਵਨਾ ਬਣਦੀ ਹੈ। ਕਿਉਂਕਿ ਭਾਵ ਬਿਨ ਭਗਤ ਨਾ ਹੋਏ ਤੇਰੀ। ਜਿੰਨੀ ਦੇਰ ਹਿਰਦੇ ਅੰਦਰ ਭਾਵਨਾ ਨਹੀਂ ਹੈ, ਭਾਵਨਾ ਤੋਂ ਬਿਨਾਂ ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਪ੍ਰੇਮ ਹੈ, ਭਾਵਨਾ ਹੈ, ਫੇਰ ਹੀ ਕੁਝ ਪ੍ਰਾਪਤੀ ਹੈ। ਇਸ ਕਰਕੇ ਜਦੋਂ ਜਪ ਜਾਪ ਕੀਓ, ਜਦੋਂ ਜਪ ਜੀ ਦਾ ਜਾਪ ਕੀਤਾ ਮਹਾਰਾਜ ਜੀ ਕਹਿੰਦੇ ਮਨ ਭਾਵ ਵਧੈ, ਸੁਖ ਕਾਮ ਸਦੈ। ਸਦੀਵ ਕਾਲ ਲਈ ਹਿਰਦੇ ਅੰਦਰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਸੁਰ ਸਾਧਨ ਮੈਂ ਤਨ ਪੁੰਜ ਹੈ। ਕਹਿਣ ਲੱਗੇ ਜਿਹੜੀ ਦੈਂਤ ਬਿਰਤੀ ਹੈ ਹਿਰਦੇ ਅੰਦਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਦੋਂ ਇਹ ਭਾਰੀ ਹੋ ਜਾਂਦੇ ਸਰੀਰ ਤੇ, ਕਹਿਣ ਲੱਗੇ ਬਿਰਤੀ ਟਿਕਣ ਨਹੀਂ ਦਿੰਦੇ ਫਿਰੇ। ਔਰ ਫਿਰ ਇਹਨਾਂ ਤੇ ਸੁੱਧ ਪ੍ਰਾਪਤ ਕਰਨ ਵਾਸਤੇ, ਇਹਨਾਂ ਤੇ ਜਿੱਤ ਪ੍ਰਾਪਤ ਕਰਨ ਵਾਸਤੇ ਫਿਰ ਮਹਾਰਾਜ ਜੀ ਕਹਿੰਦੇ ਜਪਜੀ ਸਾਹਿਬ ਦਾ ਜਪ ਕਰਨਾ। ਜਪ ਜਾਪ ਕੀਏ। ਫਿਰ ਜਪਜੀ ਸਾਹਿਬ ਦਾ ਜਾਪ ਕਰਦਿਆਂ ਇਹਨਾਂ ਤੇ ਜੀਵ ਜਿੱਤ ਪ੍ਰਾਪਤ ਕਰ ਲੈਂਦਾ ਹੈ। ਧਨ ਮੈਂ ਕਰ ਮੈਂ ਸੁਤ ਮੈਂ। ਧਨ ਦੇ ਵਿੱਚ ਵਾਧਾ ਹੁੰਦਾ ਹੈ। ਤਨ ਜਿਹੜਾ ਹੈ ਉਹ ਅਰੋਗ ਰਹਿੰਦਾ ਹੈ। ਘਰ ਦੇ ਵਿੱਚ ਕਹਿਣ ਲੱਗੇ ਮਾਹੌਲ ਜਿਹੜਾ ਹੈ ਉਹ ਸ਼ਾਂਤ ਬਣਿਆ ਰਹਿੰਦਾ ਹੈ। ਜਿੱਥੇ ਕਹਿਣ ਲੱਗੇ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸਿਆ ਸਥਿਰ ਸੋਇ ਨ ਚੌਬਾਰੇ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਘਰ ਜਿਹੜਾ ਹੈ ਉਹ ਉਜਾੜ ਬਣ ਜਾਂਦਾ ਹੈ। ਬੱਚਿਆਂ ਦਾ ਮੂੰਹ ਹੋਰ ਪਾਸੇ ਹੈ, ਮਾਤਾ ਪਿਤਾ ਦਾ ਮੂੰਹ ਹੋਰ ਪਾਸੇ ਹੈ। ਫਿਰ ਕਹਿੰਦੇ ਸਾਡੇ ਜਵਾਕ ਆਖੇ ਨਹੀਂ ਲੱਗਦੇ, ਸਾਡਾ ਕਿਹਾ ਨਹੀਂ ਮੰਨਦੇ। ਹੁਣ ਜੇ ਭਾਈ ਤੁਸੀਂ ਭਰੋਸਾ ਕੀਤਾ ਹੋਵੇ, ਬਾਣੀ ਪੜ੍ਹੀ ਹੋਵੇ, ਘਰ ਦਾ ਮਾਹੌਲ ਫਿਰ ਸ਼ਾਂਤ ਹੁੰਦਾ ਹੈ। ਇਸ ਕਰਕੇ ਜੇ ਗੁਰੂ ਬਚਨਾਂ ਤੇ ਭਰੋਸਾ ਹੈ, ਸਤਿਗੁਰੂ ਜੀ ਬਚਨ ਕੀ ਕਰਦੇ ਭਾਈ, ਸਵੇਰੇ ਉੱਠ ਕੇ ਸੁਭਾਲ ਕੇ ਉੱਠ ਹਰ ਨਾਮ ਧਿਆਵੇ। ਜਿਹੜਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਬਹਿ ਜਾਂਦਾ, ਇਸ਼ਨਾਨ ਕਰਕੇ ਚੌਂਕੜਾ ਮਾਰ ਕੇ, ਸਾਰਾ ਦਿਨ ਹੀ ਮਾਹੌਲ ਸ਼ਾਂਤ ਰਹਿੰਦਾ ਹੈ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸਈ ਨਗਰ ਉਜਾੜੀ ਜੀ। ਉਹ ਤਾਂ ਘਰ ਦਾ ਜਿਹੜਾ ਉਜਾੜ ਬਣ ਜਾਂਦਾ ਹੈ। ਘਰ ਮੰਦਰ ਹਟ ਨਾਲੇ ਸੋ ਹੈ, ਜਿਸ ਵਿੱਚ ਨਾਮ ਨਿਵਾਸੀ ਰਾਮ। ਫਿਰ ਉਹ ਸੌਂਦੇ ਹਨ ਘਰ ਮੰਦਰ ਮਹਿਲ ਹਟ ਨਾਲੇ। ਜਿੱਥੇ ਤੂੰ ਵਪਾਰ ਕਰਦਾ ਬੈਠਾ, ਘਰ ਦੇ ਵਿੱਚ ਬੈਠਾ ਹੈ, ਜਿੱਥੇ ਵੀ ਬੈਠਾ ਹੈ ਹਿਰਦੇ ਅੰਦਰ ਜਪ ਹੈ। ਕਹਿਣ ਲੱਗੇ ਉਹ ਥਾਨ ਜਿਹੜਾ ਹੈ ਸੋਭਨੀਕ ਹੈ। ਹਿਰਦੇ ਅੰਦਰ ਜਪ ਹੈ, ਨਾਮ ਵਸਿਆ ਹੋਇਆ, ਤੇਰਾ ਹਿਰਦਾ ਸ਼ੁੱਧ ਹੈ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਜਪਿਆ ਭਾਈ, ਘਰ ਮੈਂ ਸੁੱਤ ਮੈਂ, ਪਰਿਵਾਰ ਦੇ ਵਿੱਚ ਧੀਆਂ ਪੁੱਤਰਾਂ ਦੇ ਵਿੱਚ ਔਲਾਦ ਦੇ ਵਿੱਚ ਕਹਿਣ ਲੱਗੇ ਫਿਰ ਸ਼ਾਂਤੀ ਰਹਿੰਦੀ ਹੈ। ਮਾਹੌਲ ਘਰ ਦਾ ਫਿਰ ਸੁਖੀ ਵਰਗਾ ਬਣਿਆ ਰਹਿੰਦਾ ਹੈ। ਹਰਿ ਨਾਮ ਵਿਖੇ ਸਭ ਦੁਖ ਟਰੈ।
ਹੋਰ ਕਹਿਣ ਲੱਗੇ ਘਰ ਵਾਰੀ ਨਾਰ ਵਿਖੇ ਸਾਰੀ ਦੁੱਖ ਜਿਹੜੇ ਦੂਰ ਹੋ ਜਾਂਦੇ। ਵਿਚਾਰਾਂ ਦੀ ਸਾਂਝ ਹੈ, ਦੋ ਵਿਚਾਰਾਂ ਦਾ ਇੱਕ ਰਿਸ਼ਤਾ ਬਣਦਾ ਪਤੀ ਪਤਨੀ। ਕਹਿੰਦੇ ਮਹਾਰਾਜ ਜੀ ਕਹਿੰਦੇ ਧਨ ਫਿਰੇ ਨਾ ਆਖੀਐ ਬਹਿਨ ਇਕੱਠੇ ਹੋਏ ਏਕ ਜੋਤ ਦੋਇ ਮੂਰਤੀ ਧਨ ਫਿਰ ਕਹੀਐ ਸੋਈ। ਇਸਤਰੀ ਔਰ ਪਤੀ ਵਿਚਾਰਾਂ ਦੀ ਸਾਂਝ ਦਾ ਰਿਸ਼ਤਾ ਹੈ। ਹੁਣ ਜੇ ਵਿਚਾਰਾਂ ਦੇ ਵਿੱਚ ਇੱਕ ਹੈ, ਵਿਚਾਰਾਂ ਦੇ ਵਿੱਚ ਸੱਚ ਹੈ, ਰਿਸ਼ਤਾ ਜਿਹੜਾ ਤੋੜ ਨਿਭ ਜਾਂਦਾ। ਇੱਕ ਦੂਜੇ ਦੀ ਗੱਲ ਮੰਨਦੇ, ਵਿਚਾਰਾਂ ਦੀ ਸਾਂਝ ਹੈ। ਔਰ ਜਿੱਥੇ ਤਕਰਾਰ ਪੈਦਾ ਹੋ ਜਾਂਦੀ ਉੱਥੇ ਫਿਰ ਦੀਵਾਰ ਖੜੀ ਹੋ ਜਾਂਦੀ। ਜੇ ਸਮਰਪਣ ਦੀ ਭਾਵਨਾ ਨਹੀਂ ਹੈ ਫਿਰ ਉੱਥੇ ਦੁੱਖ ਹੈ, ਕਲੇਸ਼ ਹੈ, ਝਗੜਾ ਹੈ, ਸੱਸ ਨੂੰਹ ਦੀ ਨਹੀਂ ਬਣਦੀ, ਧੀਆਂ ਪੁੱਤਰਾਂ ਦੀ ਨਹੀਂ ਬਣਦੀ, ਪਤੀ ਪਤਨੀ ਦੀ ਨਹੀਂ ਬਣਦੀ, ਕਿਉਂਕਿ ਵਿਚਾਰ ਨਹੀਂ ਮਿਲਦੇ। ਔਰ ਜਦੋਂ ਵਿਚਾਰ ਮਿਲਣ ਲੱਗ ਜਾਣ, ਜੇ ਵਿਚਾਰਾਂ ਦੀ ਸਾਂਝ ਹੈ ਤਾਂ ਸਤਿਗੁਰੂ ਦਾ ਜਿਨ੍ਹਾਂ ਨੇ ਲੜ ਫੜ ਲਿਆ, ਜਿਹੜੇ ਸਤਿਗੁਰੂ ਦੇ ਹਜ਼ੂਰੀ ਵਿੱਚ ਆ ਗਏ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ 'ਤੇ ਭਰੋਸਾ ਕਰ ਲਿਆ, ਕਹਿ ਲਗੇ ਉਹਨਾਂ ਦੇ ਵਿਚਾਰਾਂ ਦੀ ਸਾਂਝ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਸੰਗਤ ਕੀ ਹੈ? ਵਿਚਾਰਾਂ ਦੀ ਸਾਂਝ ਹੈ। ਸਾਡੇ ਵਿਚਾਰਾਂ ਦੇ ਵਿੱਚ ਸਾਂਝ ਬਣੀ ਰਹੇ, ਸ਼ੁੱਧ ਬਣੀ ਰਹੇ, ਸ਼ੁੱਧਤਾ ਬਣੀ ਰਹੇ, ਤਾਂ ਹੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਆਉਂਦੇ ਹਾਂ। ਸਿੱਖੀ ਸਿੱਖਿਆ ਗੁਰ ਵਿਚਾਰ। ਸੱਚੀ ਸਿੱਖਿਆ ਕੀ ਹੈ? ਸਿੱਖੀ ਕੀ ਹੈ? ਗੁਰੂ ਦੀ ਵਿਚਾਰ ਸਾਡੇ ਹਿਰਦੇ ਅੰਦਰ ਵਸ ਜਾਏ। ਔਰ ਜੇ ਵਿਚਾਰਾਂ ਵਿੱਚ ਸੱਚ ਹੈ ਫਿਰ ਕਦੇ ਵੀ ਤਕਰਾਰ ਨਹੀਂ ਹੈ, ਫਿਰ ਇੱਕ ਦੂਜੇ ਦੇ ਸਮਰਪਣ ਦੀ ਭਾਵਨਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿੱਥੇ ਜਪ ਹੈ ਉੱਥੇ ਘਰ ਦੇ ਵਿੱਚ ਸਕੂਨ ਹੈ, ਸੁੱਖ ਹੈ, ਕਦੇ ਕਲੇਸ਼ ਨਹੀਂ, ਕਦੇ ਦੁੱਖ ਨਹੀਂ ਹੈ, ਸਮਗਰ ਦੁੱਖ ਦੂਰ ਹੋ ਜਾਂਦੇ ਹਨ। ਜਿਹ ਪ੍ਰੀਤ ਨਹੀਂ ਪ੍ਰਤੀਤ ਨਹੀਂ। ਜਿੱਥੇ ਪ੍ਰੀਤ ਨਹੀਂ ਹੈ ਉੱਥੇ ਪ੍ਰਤੀਤ ਨਹੀਂ ਹੈ, ਉੱਥੇ ਵਿਸ਼ਵਾਸ ਨਹੀਂ, ਭਰੋਸਾ ਨਹੀਂ। ਜਦੋਂ ਪ੍ਰੇਮ ਨਹੀਂ ਹੈ, ਜੇ ਵਿਚਾਰਾਂ ਦੀ ਸਾਂਝ ਨਹੀਂ, ਫਿਰ ਪ੍ਰੇਮ ਕਿੱਥੇ ਹੋਏਗਾ? ਔਰ ਜੇ ਪ੍ਰੇਮ ਨਹੀਂ ਆਪਸ ਵਿੱਚ, ਫਿਰ ਭਰੋਸਾ ਵੀ ਨਹੀਂ ਹੋਣਾ। ਕਦੇ ਵੀ ਭਰੋਸਾ ਨਹੀਂ ਬਣਨਾ, ਨਾ ਪਤੀ ਤੇ ਨਾ ਪਤਨੀ ਤੇ, ਦੋਨਾਂ ਤੇ, ਕਿਉਂਕਿ ਵਿਚਾਰ ਨਹੀਂ ਮਿਲਦੇ। ਮਹਾਰਾਜ ਜੀ ਕਹਿੰਦੇ ਜਿੱਥੇ ਪ੍ਰੀਤ ਨਹੀਂ ਉੱਥੇ ਪ੍ਰਤੀਤ ਨਹੀਂ ਹੈ। ਤਿਸ ਕੋ ਸਿੱਖ ਦੇ ਸੁਦੋਖ ਕਰੈ। ਉਹਨੂੰ ਕੋਈ ਸਿੱਖਿਆ ਦੇਵੇ, ਕਹਿਣ ਲੱਗੇ ਉਹ ਫਿਰ ਦੁਖੀ ਲੱਗਣੀ ਹੈ। ਉਹਨੂੰ ਕਿੱਥੇ ਭਰੋਸਾ ਹੀ ਨਹੀਂ ਆਉਣਾ ਜਦੋਂ ਪ੍ਰਤੀਤ ਹੀ ਨਹੀਂ ਹੈਗੀ। ਭਾਵੇਂ ਸੱਚੀ ਸਿੱਖਿਆ ਕੋਈ ਦੱਸੀ ਜਾਏ, ਜਿੰਨੀ ਦੇਰ ਪ੍ਰੇਮ ਨਹੀਂ, ਪ੍ਰੀਤ ਨਹੀਂ, ਉਨੀ ਦੇਰ ਪ੍ਰਤੀਤ ਨਹੀਂ ਹੈ। ਇਸ ਕਰਕੇ ਜਿਉਂ-ਜਿਉਂ ਜਪ ਬਾਣੀ 'ਤੇ ਭਰੋਸਾ ਕਰਦਾ ਹੈ, ਬਾਣੀ ਪੜ੍ਹਦਾ ਹੈ, ਫਿਰ ਇੱਕ ਦੂਜੇ ਦੇ ਪ੍ਰਤੀ ਪ੍ਰਤੀਤ ਬਣਦੀ ਹੈ, ਪ੍ਰੀਤ ਬਣਦੀ ਹੈ, ਭਰੋਸਾ ਬਣਦਾ, ਵਿਸ਼ਵਾਸ ਬਣਦਾ ਹੈ। ਔਰ ਇਹ ਵਿਸ਼ਵਾਸ ਦੀ ਗੰਢ ਹੈ ਜਿਹੜੀ ਰਿਸ਼ਤਿਆਂ ਦੇ ਵਿੱਚ ਪਰਪੱਕਤਾ ਬਣਾਉਂਦੀ। ਸਤਿਗੁਰੂ ਜੀ ਰਹਿਮਤ ਕਰਨ, ਬਾਣੀ 'ਤੇ ਭਰੋਸਾ ਕਰੀਏ, ਬਾਣੀ ਪੜ੍ਹੀਏ, ਵਿਚਾਰੀਏ, ਆਪਣੇ ਜੀਵਨ ਨੂੰ ਸਵਾਰੀਏ, ਸਾਡਾ ਜੀਵਨ ਸਵਰ ਸਕੇ। ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੈ ਮੇਲੇ। ਹੋਈਆਂ ਫੁੱਲਾਂ ਦੀ ਖਿਮਾ ਜੀ ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ
ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬਮੈ, ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੇ ਸੰਤਾਂ ਕੈ ਸਦਾ ਸੰਗ, ਹੇ ਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾ, ਆਖੋ ਹੀਅ ਪਰੋਇ। ਪਾਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਇਸ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਸਗਲ ਦੁਆਰ ਕਉ ਛਾੜ ਕੇ, ਕਹੇ ਤੁਹਾਰੋ ਦੁਆਰ। ਬਾਹਿ ਗਏ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕਉ ਛਾੜ ਕੇ, ਕਹੇ ਤੁਹਾਰੋ ਦੁਆਰ। ਬਾਹਿ ਗਏ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।